ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਰਹਿਮਤ ਕਿਰਪਾ ਬਖਸ਼ ਸਦਕਾ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਚੀ ਹੋਈ ਬਾਣੀ ਸਿੱਧ ਗੋਸ਼ਟ ਦੀ ਲੜੀਵਾਰ ਵਿਚਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਰੰਭ ਕੀਤੀ ਹੈ। ਇਹਦੀਆਂ ਤਕਰੀਬਨ 20 ਪੌੜੀਆਂ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਕੱਲ ਦੀ ਕਲਾਸ ਵਿੱਚ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਵਰਤਾਂਤ ਸੰਬੰਧੀ ਆਪਣਾ ਦੂਸਰਾ ਲੈਕਚਰ ਕੀਤਾ ਸੀ। ਅਗਲੇ ਬੁੱਧਵਾਰ ਉਹਨਾਂ ਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਸੰਬੰਧ ਵਿੱਚ ਅਗਲਾ ਲੈਕਚਰ ਹੋਏਗਾ। ਅੱਜ ਕਿਉਂਕਿ ਪਿਛਲੀ ਕਲਾਸ ਦੇ ਵਿੱਚ ਅਸੀਂ ਇਹਨਾਂ ਪੌੜੀਆਂ ਦੀ ਜੋ ਸਾਰੰਸ਼ ਹੁੰਦਾ ਉਹਦਾ ਵਿਚਾਰ ਨਹੀਂ ਕਰ ਸਕੇ ਸਾਂ। ਕੁਛ ਟੈਕਨੀਕਲ ਪ੍ਰੋਬਲਮ ਆ ਜਾਣ ਕਰਕੇ ਅਸੀਂ ਛੋਟੀ ਕਲਾਸ ਕੀਤੀ। ਉਹਦੇ ਵਿੱਚ ਅਸੀਂ ਕੁਝ ਵਿਚਾਰ ਜਿਹੜੇ ਸਨ ਉਹ ਸਾਰੰਸ਼ ਜਾਂ ਇਹਨਾਂ ਦੋ ਪੌੜੀਆਂ ਦਾ ਗੁਰੂ ਪਾਤਸ਼ਾਹ ਜੀ ਨੇ ਕੀ ਸਾਨੂੰ ਸਿੱਖਿਆ ਦਿੱਤੀ ਹੈ ਉਸ ਸੰਖੇਪ ਵਿੱਚ ਆਪਾਂ ਉਦੋਂ ਵਿਚਾਰ ਨਹੀਂ ਕਰ ਸਕੇ। ਅੱਜ ਸਿਰਫ 2-4 ਮਿੰਟਾਂ ਵਿੱਚ ਹੀ ਪੌੜੀਆਂ ਨੂੰ ਪੜ੍ਹ ਕੇ ਨਾਲ ਅਰਥ ਬੋਧ ਕਰਕੇ ਫਿਰ ਅਗਲੀਆਂ ਪੌੜੀਆਂ ਦੇ ਵਿਚਾਰ ਆਰੰਭ ਕਰਾਂਗੇ। ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹ ਮਨ ਲਾਇਆ। ਬਿਦ ਬਿਦ ਆਸਾ ਮਨਸਾ ਖਾਈ ਬਿਦ ਬਿਦ ਜੋਤ ਨਿਰੰਤਰ ਪਾਈ। ਨਿੰਦੰਤਾ ਕਿਉਂ ਖਾਈਐ ਸਾਰ ਨਾਨਕ ਸਾਚਾ ਕਰੋ ਵਿਚਾਰ। ਜੋਗੀਆਂ ਨੇ ਪ੍ਰਸ਼ਨ ਕੀਤਾ, ਪਾਤਸ਼ਾਹ ਜੀਓ ਇਹ ਸਾਨੂੰ ਦੱਸੋ ਵੀ ਕਿਹੜੇ ਤਰੀਕੇ ਨਾਲ ਜਨਮ ਬਦਲਦਾ ਹੈ, ਜਨਮ ਪਲਟ ਗਿਆ, ਚੇਂਜ ਕਿਵੇਂ ਆਵੇ, ਬਦਲੀ ਕਿਵੇਂ ਆਵੇ, ਜੀਵਨ ਵਿੱਚ ਪਰਮੇਸ਼ਰ ਦੇ ਨੇੜੇ ਕਿਵੇਂ ਹੋਈਏ। ਇਸ ਤਰ੍ਹਾਂ ਇਸ ਮਨ ਨੂੰ ਪਰਮਾਤਮਾ ਦੇ ਨਾਲ ਜੋੜਿਆ ਜਾ ਸਕੇ।
ਤੁਸੀਂ ਕਿਵੇਂ ਜੋੜਿਆ, ਇਹ ਗੱਲ ਸਾਨੂੰ ਇਹਦਾ ਚਾਨਣਾ ਪਾਓ। ਕਿਸ ਤਰੀਕੇ ਨਾਲ ਆਸਾ ਤੇ ਮਨਸਾ ਰੂਪੀ ਇਹਨਾਂ ਖਾਸ਼ਾਂ ਨੂੰ ਮੁਕਾਇਆ ਜਾ ਸਕਦਾ ਹੈ, ਇਹ ਅਗਲਾ ਸਵਾਲ ਸੀ। ਆਸਾ ਮਨਸਾ ਦੀ ਵਿਚਾਰ ਆਪਾਂ ਪਹਿਲਾਂ ਕਰ ਚੁੱਕੇ ਹਾਂ ਪਿਛਲੀਆਂ ਕਲਾਸਾਂ ਦੇ ਵਿੱਚ, ਵਿਸਥਾਰ ਸਹਿਤ ਉਹਦੇ ਆਪਾਂ ਵਿਚਾਰ ਕਰ ਲਈ ਸੀ। ਪਹਿਲਾਂ ਮਨਸਾ ਪੈਦਾ ਹੁੰਦੀ ਹੈ, ਫਿਰ ਆਸ ਬਣਦੀ ਹੈ, ਆਸ ਤੋਂ ਬਾਅਦ ਤ੍ਰਿਸ਼ਨਾ ਬਣਦੀ ਹੈ। ਜਦੋਂ ਅੰਦਰ ਕਿਸੇ ਚੀਜ਼ ਦੀ ਪ੍ਰਾਪਤੀ ਲਈ ਕੋਈ ਸੰਕਲਪ ਜਿਹਾ ਹੋਵੇ ਉਹਨੂੰ ਮਨਸਾ ਕਹਿੰਦੇ ਨੇ, ਪਰ ਜਦੋਂ ਉਸ ਦੀ ਪ੍ਰਾਪਤੀ ਲਈ ਖਾਸ ਜਾਗੇ ਆਸ ਬਣ ਜਾਏ ਉਹਨੂੰ ਆਸ ਕਹਿੰਦੇ ਨੇ। ਪਰ ਜਦੋਂ ਤੜਫੇ ਵੀ ਹਾਂ ਮੈਂ ਲੈਣੀ ਲੈਣੀ ਹੈ, ਇਸ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਉਹਨੂੰ ਤ੍ਰਿਸ਼ਨਾ ਆਖਦੇ ਨੇ। ਇਹਦੀ ਆਪਾਂ ਡਿਟੇਲ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਗੁਰੂ ਪਾਤਸ਼ਾਹ ਜੀ ਅੱਗੇ ਸਵਾਲ ਕੀਤਾ ਉਹਨੇ ਵੀ ਕਿਸ ਢੰਗ ਦੇ ਨਾਲ ਇਹ ਖਾਸ਼ਾਂ ਨੂੰ, ਮਾਇਆ ਨੂੰ, ਜਿਹੜੀਆਂ ਜਗਤ ਨੂੰ ਸਾਰਿਆਂ ਨੂੰ ਖਾ ਲਿਆ ਨੇ, ਇਹ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ, ਇਹਨਾਂ ਨੂੰ ਮੁਕਾਇਆ ਕਿਵੇਂ ਜਾ ਸਕਦਾ ਹੈ। ਫਿਰ ਅਗਲਾ ਸਵਾਲ ਸੀ ਵੀ ਲਗਾਤਾਰ ਇੱਕ ਰਸ ਪਰਮੇਸ਼ਰ ਨਿਰੰਤਰ ਜੋਤ ਨਿਰੰਤਰ ਪਾਈ, ਰੱਬੀ ਜੋਤ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉਸ ਨਾਲ ਲਗਾਤਾਰ ਵਸ ਰਹੀ ਜੋਤ ਦੀ ਪ੍ਰਾਪਤੀ ਕਿਵੇਂ ਹੋਵੇ। ਅਗਲਾ ਹੋਰ ਔਖਾ ਸਵਾਲ ਕੀਤਾ, ਦੰਦਾਂ ਤੋਂ ਬਿਨਾਂ ਕਿਸ ਤਰ੍ਹਾਂ ਲੋਹਾ ਖਾਧਾ ਜਾ ਸਕਦਾ ਹੈ, ਦੰਦਾਂ ਤੋਂ ਬਿਨਾਂ ਲੋਹਾ ਕਿਵੇਂ ਖਾਧਾ ਜਾ ਸਕਦਾ ਹੈ, ਤੇ ਭਾਵ ਔਖੇ ਜਗਤ ਭਵਜਲ ਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ। ਸਾਨੂੰ ਇਹ ਸੱਚਾ ਵਿਚਾਰ ਜਿਹੜਾ ਹੈ ਇਹ ਆਪਣੇ ਮੱਤ ਦਾ ਸਾਡੀ ਝੋਲੀ ਚ ਪਾਓ। ਇਹ ਯੋਗੀਆਂ ਨੇ ਇਹ ਸਵਾਲ ਕੀਤੇ ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਜਵਾਬ ਦਿੱਤਾ, ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਪੁਰਖਾ ਗਵਨ ਦਾ ਹੁੰਦਾ ਆਵਾਗਮ, ਜੈਸੇ ਜੰਮਣਾ ਤੇ ਮਰਨਾ। ਇਹ ਪੁਰਖਾ ਦੱਸ, ਸਤਿਗੁਰੂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਜਦੋਂ ਉਹਨਾਂ ਸਵਾਲ ਕੀਤਾ ਵੀ ਦੱਸ ਜਨਮ ਕਿਵੇਂ ਮਿਟਾਇਆ, ਤੇ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਸੀ, ਸਤਿਗੁਰ ਦੇ ਘਰ ਜਨਮ ਹੋਇਆ, ਸ਼ਬਦ ਗੁਰੂ ਦਾ ਗਿਆਨ ਉਪਦੇਸ਼ ਅਸੀਂ ਸੁਣਿਆ, ਗੁਰੂ ਦੇ ਦੱਸੀ ਹੋਈ ਮਰਿਆਦਾ ਨੂੰ ਜੀਵਨ ਵਿੱਚ ਢਾਲਿਆ। ਜਨਮੇ ਦਾ ਅਰਥ ਕੇਵਲ ਜਨਮ ਲੈਣਾ ਨਹੀਂ ਹੈ, ਜਨਮੇ ਦਾ ਅਰਥ ਗੁਰੂ ਦੀ ਦੱਸੀ ਸਿੱਖਿਆ ਤੇ ਚੱਲਣਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੁਗਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਮਿੱਤਰੋ ਗੁਰੂ ਦੇ ਭਾਣੇ 'ਚ ਚੱਲੋ, ਹੁਕਮ 'ਚ ਚੱਲੋ। ਅਸਲ ਵਿੱਚ ਸਤਿਗੁਰੂ ਦੇ ਘਰ ਜਨਮ ਲੈਣਾ ਹੀ ਇਸ ਮਾਰਗ ਦੇ ਪਾਂਧੀ ਵੱਲ ਨੂੰ ਇਨਸਾਨ ਤੁਰਦਾ ਹੈ। ਜਦੋਂ ਹੁਕਮ ਮੰਨਣਾ ਸ਼ੁਰੂ ਕਰਦਾ ਹੈ, ਉਹਦੀ ਰਜ਼ਾ ਵਿੱਚ ਰਹਿਣਾ ਸ਼ੁਰੂ ਕਰਦਾ ਹੈ, ਫਿਰ ਇਸ ਦਾ ਹੌਲੀ ਹੌਲੀ ਆਵਾਗਮ ਜਿਹੜਾ ਹੈ ਸਤਿਗੁਰੂ ਕਹਿੰਦੇ ਮਿਟਦਾ ਜਾਂਦਾ ਹੈ। ਸਵਾਲ ਕੀਤੇ ਸੀ ਆਵਾਗਮਨ ਕਿਵੇਂ ਮਿਟੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਆਵਾਗਮਨ ਸ਼ਬਦ ਗੁਰੂ ਦਾ ਗਿਆਨ ਉਪਦੇਸ਼ ਸੁਣ ਕੇ, ਵਿਚਾਰ ਕੇ, ਆਪਣੀ ਜ਼ਿੰਦਗੀ ਵਿੱਚ ਢਾਲ ਕੇ, ਫਿਰ ਹੀ ਆਵਾਗਮਨ ਦੇ ਇਸ ਚੱਕਰ ਤੋਂ ਬਚਿਆ ਜਾ ਸਕਦਾ ਹੈ। ਗੁਰੂ ਪਾਤਸ਼ਾਹ ਜੀ ਨੇ ਫਿਰ ਅਗਲਾ ਜਵਾਬ ਦਿੱਤਾ, ਅਨਹਤ ਰਾਤੇ ਇਹ ਮਨ ਲਾਇਆ, ਵੀ ਅਸੀਂ ਲਗਾਤਾਰ ਇਹ ਮਨ ਉਹਦੇ ਵਿੱਚ ਜੁੜਿਆ ਹੈ ਜਿਹੜਾ ਪਰਮੇਸ਼ਰ ਲਗਾਤਾਰ ਇੱਕ ਰਸ ਵਿਆਪਕ ਹੈ, ਇੱਕ ਰਸ ਜਿਹਦਾ ਰਸ ਕਦੇ ਟੁੱਟਦਾ ਨਹੀਂ, ਹਰ ਜਗ੍ਹਾ ਹਰ ਥਾਂ ਵਿਆਪਕ ਹੈ। ਇਹ ਮਨ ਤਾਂ ਸਾਡਾ ਟਿਕਾਉ ਵਿੱਚ ਆਇਆ, ਉਹਦੇ ਚ ਇੱਕਮਿਕ ਕੀਤਾ, ਲਾਇਆ ਦਾ ਅਰਥ ਇੱਕਮਿਕ ਕੀਤਾ, ਜੋੜਿਆ। ਮਨਸਾ ਆਸਾ ਸ਼ਬਦ ਜਲਾਈ, ਆਸਾ ਤੇ ਮਨਸਾ, ਮਨਸਾ ਤੇ ਆਸਾ ਸਾੜ ਦਿੱਤੀਆਂ ਹਨ। ਸਾੜ ਦੇ ਤਾਂ ਭਾਵ ਮੂਲੋਂ ਹੀ ਖਤਮ ਕਰ ਦਿੱਤੀਆਂ। ਕਿਵੇਂ? ਜਦੋਂ ਮਨ ਗੁਰੂ ਦੇ ਸ਼ਬਦ ਵਿੱਚ ਜੋੜਿਆ, ਫਿਰ ਉਹਦੇ ਨਾਲ ਆਸਾ ਮਨਸਾ ਜਿਹੜੀ ਸੀ ਸੜ ਗਈ, ਖਤਮ ਹੋ ਗਈ। ਗੁਰਮੁਖ ਜੋਤ ਨਿਰੰਤਰ ਪਾਈ, ਗੁਰੂ ਦੁਆਰਾ, ਗੁਰੂ ਦੀ ਸ਼ਰਨ ਪੈ ਕੇ, ਗੁਰੂ ਪਾਸੋਂ ਹੀ ਲਗਾਤਾਰ ਇੱਕ ਰਸ ਨਿਰੰਤਰ ਜੋਤ ਪਰਮੇਸ਼ਰ ਦਾ ਗਿਆਨ ਹਾਸਲ ਕਰ ਲਿਆ। ਗੁਰੂ ਹੀ ਦੱਸਦਾ ਹੈ, ਗੁਰੂ ਤੋਂ ਬਿਨਾਂ ਇਹ ਗਿਆਨ ਦਾ ਮਾਰਗ ਪਤਾ ਨਹੀਂ ਲੱਗਦਾ।
ਇਸੇ ਵਾਸਤੇ ਹੀ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਵੀ ਗੁਰੂ ਦੇ ਘਰ ਜਨਮ ਲਈਏ, ਅੰਮ੍ਰਿਤ ਪਾਨ ਕਰੀਏ, ਸਤਿਗੁਰੂ ਦੀ ਦੱਸੀ ਮਰਿਆਦਾ ਤੇ ਚੱਲੀਏ, ਰੋਜ਼ ਦਾ ਨਿਤਨੇਮ ਨਿਤਾ ਪ੍ਰਤੀ ਉਹਦੇ ਉੱਤੇ ਪਹਿਰਾ ਦਈਏ, ਸਵੇਰ ਦਾ ਸ਼ਾਮ ਦਾ ਰਹਿਤ ਕੁਰੈਤ ਰਹਿਤਾਂ ਵਿੱਚ ਰਹੀਏ, ਕੁਰੈਤਾਂ ਤੋਂ ਬਚੀਏ। ਇਹ ਮਰਿਆਦਾ ਹੈ ਸਾਡੇ ਜੀਵਨ ਦੀ, ਇੱਕ ਡਿਸਿਪਲਿਨ ਹੈ ਜਿਹੜਾ ਗੁਰੂ ਪਾਤਸ਼ਾਹ ਦੇ ਘਰ ਜਨਮ ਲੈ ਕੇ ਸਾਡਾ ਮਿਲਦਾ। ਜਿਵੇਂ ਜਿਵੇਂ ਅਸੀਂ ਉਸ ਮਰਿਆਦਾ ਤੇ ਪਹਿਰਾ ਦਿੰਦੇ ਜਾਂਦੇ ਹਾਂ, ਪੱਕਦੇ ਜਾਂਦੇ ਹਾਂ, ਪੱਕਾ ਹੁੰਦਾ ਜਾਂਦਾ ਹੈ, ਉਵੇਂ ਉਵੇਂ ਸਾਡਾ ਜੀਵਨ ਸਫਲ ਹੁੰਦਾ ਜਾਂਦਾ ਹੈ। ਦੇਖੋ ਡਾਲੀ ਦਰਖਤ ਹੁੰਦਾ ਹੈ, ਅੰਬ ਦਾ ਦਰਖਤ ਲਵੋ, ਅੰਬ ਦਾ ਦਰਖਤ ਜਿਹੜਾ ਹੈ ਉਹਦੀ ਯਾਤਰਾ ਜਦੋਂ ਸ਼ੁਰੂ ਹੁੰਦੀ ਹੈ, ਉਹਨੂੰ ਛੋਟੀਆਂ ਮਾਰਚ ਅਪ੍ਰੈਲ ਅੱਜ ਮਹੀਨੇ ਦੇ ਵਿੱਚ ਛੋਟੀਆਂ ਪਹਿਲਾਂ ਅੰਬ ਨੂੰ ਬੂਰ ਲੱਗਦਾ, ਫਰਵਰੀ ਮਾਰਚ ਜਦੋਂ ਸਰਦੀ ਖਤਮ ਹੋ ਜਾਂਦੀ ਹੈ, ਇਹ ਸਾਰਾ ਬੂਰ ਕਦੀ ਵੀ ਅੰਬ ਨਹੀਂ ਬਣਦਾ। ਬਹੁਤ ਸਾਰਾ ਬੂਰ ਦੇਖੋ ਹਵਾ ਦੇ ਨਾਲ ਝੜ ਕੇ ਥੱਲੇ ਡਿੱਗ ਪੈਂਦਾ ਹੈ। ਦੁਨੀਆ ਦੀ ਇਹ ਹਸ਼ਰ ਗੁਰੂ ਪਾਤਸ਼ਾਹ ਨੇ ਇੱਕ ਉਦਾਹਰਨ ਦੇ ਕੇ ਕਬੀਰ ਜੀ ਨੇ ਬਿਆਨ ਕੀਤਾ। ਕਹਿੰਦੇ ਨੇ ਹਸ਼ਰ ਦੇਖੋ ਦੁਨੀਆ ਦਾ ਕੀ ਹੈ। ਦੁਨੀਆ ਜਨਮ ਤਾਂ ਲੈ ਲੈਂਦੀ ਹੈ ਪਰ ਝੜ ਜਾਂਦੀ ਹੈ ਜਿਵੇਂ ਬੂਰ ਝੜ ਗਿਆ। ਜਿਹੜਾ ਟਾਹਣੀ ਨਾਲ ਲੱਗਾ ਰਿਹਾ ਉਹ ਅੰਬੀ ਜੀ ਬਣ ਗਈ। ਜਿਹੜੀ ਅੰਬੀ ਬਣ ਗਈ ਤਾਂ ਫਿਰ ਉਹਨੇ ਵੱਡਾ ਹੋਣਾ ਸ਼ੁਰੂ ਹੋਇਆ। ਪਰ ਅੰਬੀ ਵੀ ਝੱਖੜ ਆਏ, ਹਨੇਰੀਆਂ ਆਈਆਂ, ਜ਼ਬਰਦਸਤ ਅੰਬੀਆਂ ਵੀ ਥੱਲੇ ਡਿੱਗ ਪੈਂਦੀਆਂ ਨੇ। ਉਹਨਾਂ ਕੱਚੀਆਂ ਅੰਬੀਆਂ ਦਾ ਕੋਈ ਮੁੱਲ ਨਹੀਂ ਪੈਂਦਾ, ਛੋਟੀਆਂ ਸੜ ਜਾਂਦੀਆਂ। ਕੁਝ ਟਾਹਣੀ ਨਾਲ ਲੱਗੀਆਂ ਹੁੰਦੀਆਂ, ਟਾਹਣੀ ਨਾਲ ਲੱਗੀਆਂ ਵੀ ਅੰਦਰੋਂ ਸੜ ਜਾਂਦੀਆਂ। ਇਹ ਗੱਲ ਬੜੀ ਸਮਝਣ ਵਾਲੀ ਹੈ। ਅਸੀਂ ਆਪਣੇ ਆਪ ਨੂੰ ਸਾਰੇ ਟਾਹਣੀ ਨਾਲ ਲੱਗੇ ਸਮਝਦੇ ਹਾਂ ਵੀ ਅਸੀਂ ਗੁਰੂ ਦੇ ਘਰ 'ਚ ਜਨਮ ਲੈ ਲਿਆ, ਅਸੀਂ ਅੰਮ੍ਰਿਤ ਪਾਨ ਕਰ ਲਿਆ। ਕਿਤੇ ਸਾਡਾ ਹਸ਼ਰ ਉਸ ਅੰਬੀ ਵਰਗਾ ਤਾਂ ਨਹੀਂ ਜਿਹੜੀ ਟਾਹਣੀ ਨਾਲ ਤਾਂ ਲੱਗੀ ਹੋਈ ਹੈ ਪਰ ਅੰਦਰੋਂ ਸੁੱਕੀ ਜਾਂਦੀ ਹੈ, ਕਿਉਂਕਿ ਹਵਾ ਦੇ ਝੋਂਕਿਆਂ ਦੇ ਨਾਲ ਉਹ ਆਪਣੇ ਮੂਲ ਨਾਲੋਂ ਟਾਹਣੀ ਨਾਲੋਂ ਹਿੱਲ ਗਈ ਹੈ। ਇਸ ਤਰ੍ਹਾਂ ਦੁਨੀਆ ਦੇ ਵਿਕਾਰਾਂ ਦੇ ਹੱਲਿਆਂ ਨੇ ਕਿਤੇ ਸਾਨੂੰ ਅੰਦਰੋਂ ਹਿਲਾ ਤਾਂ ਨਹੀਂ ਦਿੱਤਾ ਕਿ ਸਾਡਾ ਉਪਰਾਪਨ ਤਾਂ ਨਹੀਂ ਗੁਰੂ ਦੇ ਨਾਲ। ਕੁਝ ਗੱਲਾਂ ਜ਼ਰੂਰ ਵਿਚਾਰਨ ਵਾਲੀਆਂ ਨੇ ਆਪਣੀ ਜ਼ਿੰਦਗੀ ਲਈ। ਸਤਿਗੁਰੂ ਕੇ ਜਨਮ ਹੈ, ਗਬਰ ਮਟਾਇਆ ਦੀ ਗੱਲ ਅਸੀਂ ਕਰ ਰਹੇ ਹਾਂ। ਇਹ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਨੇ, ਬੜੇ ਮਹਿਣੇ ਰੱਖਦੀਆਂ ਨੇ ਗੱਲਾਂ ਕਿ ਅਸੀਂ ਆਪਣਾ ਨਿਤਨੇਮ ਉੱਤੋਂ ਤਾਂ ਨਹੀਂ ਕਰ ਰਹੇ, ਲੋਕ ਦਿਖਾਵਾ ਜਾਂ ਆਪਣੇ ਮਨ ਦੀ ਤਸੱਲੀ ਲਈ ਤਾਂ ਨਹੀਂ ਕਰ ਰਹੇ। ਇਹ ਗੱਲਾਂ ਜਦ ਤੱਕ ਅਸੀਂ ਵਾਚਦੇ ਨਹੀਂ, ਵਿਚਾਰਦੇ ਨਹੀਂ, ਫਿਰ ਗੱਡੀ ਚੱਲਣੀ ਵੀ ਨਹੀਂ, ਅੱਗੇ ਤਰੱਕੀ ਵੀ ਨਹੀਂ ਹੋਣੀ ਅਧਿਆਤਮਿਕ ਜੀਵਨ ਦੀ। ਜੇ ਅਸੀਂ ਰੋਜ਼ ਰੂਟੀਨ ਵਾਈਜ਼ ਹੀ ਕਰ ਦਿੰਦੇ ਹਾਂ, ਮਨ ਕਿਤੇ ਹੈ ਬਸ ਫਾਰਮੈਲਿਟੀ ਪੂਰੀ ਕਰ ਲਈ, ਜਿਵੇਂ ਦੁਨੀਆ ਦੇ ਕੰਮ ਧੰਦੇ ਕਰਦੇ ਹਾਂ ਇਸੇ ਤਰ੍ਹਾਂ ਹੀ। ਹੁਣ ਹਾਲਾਂਕਿ ਦੁਨੀਆ ਦੇ ਧੰਦਿਆਂ ਵਿੱਚ ਸਾਡਾ ਮਨ ਬੜਾ ਖਚਤ ਹੋ ਜਾਂਦਾ, ਪਰ ਗੁਰੂ ਦੇ ਨਾਮ ਵਿੱਚ ਜਦੋਂ ਕਈ ਥਾਂ ਤੇ ਮਨ ਫਿਰ ਭਟਕਦਾ ਫਿਰਦਾ। ਇਹ ਉਸ ਹਾਲ ਵਰਗਾ ਭਗਤ ਕਬੀਰ ਜੀ ਕਹਿੰਦੇ ਨੇ ਵੀ ਅੰਬੀ ਲੱਗੀ ਹੋਈ ਹੈ ਟਾਹਣੀ ਨਾਲ, ਪਰ ਲੱਗੀ ਹੋਈ ਅੰਬੀ ਅੰਦਰੋਂ ਹਿੱਲ ਗਈ ਹੈ ਤੇ ਹੁਣ ਉਹ ਮੁਰਝਾਣੀ ਅੰਦਰੋਂ ਸੜੀ ਹੋਈ ਹੈ, ਪਰ ਲੱਗੀ ਟਾਹਣੀ ਨਾਲ ਹੀ ਹੈ। ਭੁਲੇਖਾ ਹੀ ਹੈ ਉਹਦੇ ਅੰਦਰ ਕਿ ਮੈਨੂੰ ਵੀ ਮੇਰਾ ਫਲ ਵੀ ਵੱਡਾ ਹੋ ਜਾਏਗਾ, ਪੱਕ ਜਾਏਗਾ। ਕਹਿੰਦੇ ਹੋਰ ਅੰਬ ਵੱਡਾ ਹੋ ਗਿਆ ਜਿਹੜਾ ਬਚ ਗਿਆ ਇਹਦੇ ਤੋਂ, ਫਿਰ ਉਹ 'ਚ ਰਸ ਪੈ ਗਿਆ ਤੇ ਤੋਤਿਆਂ ਨੇ ਆ ਕੇ ਟੁਕਣਾ ਸ਼ੁਰੂ ਕਰ ਦਿੱਤਾ। ਤੋਤੇ ਆ ਕੇ ਟੁਕਣਾ ਸ਼ੁਰੂ ਕਰਤਾ, ਗਾਲੜਾਂ ਖਾਣ ਲੱਗ ਪਈਆਂ। ਹੁਣ ਜਦੋਂ ਤੋਤੇ ਨੇ ਚੁੰਝ ਮਾਰੀ, ਗਾਲੜ ਨੇ ਆਪਣਾ ਕੱਟਿਆ ਉੱਥੋਂ, ਉਹ ਵੀ ਅੰਦਰੋਂ ਗੱਲਾਂ ਸ਼ੁਰੂ ਹੋ ਜਾਂਦਾ, ਉਹ ਵੀ ਅੰਬ ਪੱਕਦਾ ਨਹੀਂ ਹੈ। ਕਿਤੇ ਗਾਲੜਾਂ ਇਹ ਕਿਤੇ ਤੋਤੇ ਸਾਨੂੰ ਤਾਂ ਨਹੀਂ ਅੰਦਰੋਂ ਟੁੱਕ ਰਹੇ। ਬੜਾ ਵਿਚਾਰ ਦੀ ਗੱਲ ਹੈ। ਇਹ ਕਾਮ ਕ੍ਰੋਧ ਲੋਭ ਮੋਹ ਰੂਪੀ ਜਿਹੜੀਆਂ ਹੰਕਾਰ ਰੂਪੀ ਗਾਲੜਾਂ ਤੋਤੇ ਕਿਤੇ ਸਾਨੂੰ ਟੁੱਕੀ ਤਾਂ ਨਹੀਂ ਜਾਂਦੇ। ਸਾਨੂੰ ਆਪਣੀ ਵਿਦਵਤਾ ਦਾ ਹੰਕਾਰ ਤਾਂ ਨਹੀਂ ਹੋ ਗਿਆ, ਅਸੀਂ ਬੜੇ ਵਿਦਵਾਨ ਹਾਂ, ਅਸੀਂ ਤਾਂ ਬੜੇ ਵੱਡੇ ਪ੍ਰਚਾਰਕ ਬਣ ਗਏ ਹਾਂ। ਇਹ ਗੱਲਾਂ ਕੋਈ ਜ਼ਰੂਰੀ ਨੇ। ਗੁਰੂ ਸਾਹਿਬ ਦੀ ਬਾਣੀ ਨਾਲ ਸਾਨੂੰ ਇਹ ਗੱਲਾਂ ਜਿਹੜੀ ਹੈ ਸਮਝਾਉਂਦੀ ਹੈ। ਫਿਰ ਦੇਖੋ ਕਹਿੰਦੇ ਨੇ ਹਾਂ ਉਹਦੇ ਤੋਂ ਵੀ ਜਿਹੜੇ ਬਚ ਗਏ, ਗਾਲੜਾਂ ਤੋਂ ਹਨੇਰੀਆਂ ਤੋਂ ਬਚ ਗਏ, ਤੇ ਫਿਰ ਜਦੋਂ ਪੱਕ ਜਾਂਦੇ ਨੇ ਤਾਂ ਫਿਰ ਉਹਨੂੰ ਮਾਲੀ ਆ ਕੇ ਤੋੜਦਾ ਹੈ, ਤੇ ਮਾਲੀ ਤੋੜ ਕੇ ਉਹਦੀ ਟੋਕਰੀ ਤਿਆਰ ਕਰਕੇ ਆਪਣੇ ਮਾਲਕ ਦੇ ਅੱਗੇ ਜਾ ਕੇ ਰੱਖ ਦਿੰਦਾ। ਫਿਰ ਮਾਲਕ ਉਹਦਾ ਸਵਾਦ ਮਾਣਦਾ, ਰਸ ਮਾਣਦਾ। ਰਸ ਨਾਲ ਭਰੇ ਹੋਏ ਨੇ ਉਹ, ਰਸ ਨਾਲ ਭਰੇ ਹੋਣਾ ਬੜਾ ਜ਼ਰੂਰੀ ਹੈ। ਰਸ ਸੁੱਕ ਜਾਏ ਤੇ ਗੱਡੀ ਨਹੀਂ ਚੱਲਦੀ। ਗੁਰੂ ਪਾਤਸ਼ਾਹ ਜੀ ਸਾਨੂੰ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ, ਜਾਏ ਪਹੁੰਚਿਓ ਖਸਮ ਕੋ ਬੀਚ ਨਾ ਖਾਈ ਕਾਮ। ਆ ਜਿਹੜੇ ਰਸਤੇ ਦੇ ਰੁਕਾਵਟਾਂ ਨਾ ਵਿੱਚ ਖੜੀਆਂ ਹੋਣ ਤਾਂ ਫਿਰ ਹੀ ਖਸਮ ਦੇ ਦਰ ਤੇ ਪ੍ਰਵਾਨ ਹੋਣਾ ਹੈ।
ਤੇ ਜੇ ਖਸਮ ਦੇ ਦਰ ਤੇ ਪਰਿਵਾਰ ਹੋਣਾ ਵੀ ਮਿਹਨਤ ਦੀ ਬੜੀ ਲੋੜ ਹੈ। ਬੜੀ ਕਹਾਣੀ ਅਧਿਆਤਮਿਕ ਜੀਵਨ ਦੀ ਔਖੀ ਹੈ। ਇਹਨੂੰ ਸਤਿਗੁਰ ਕਹਿੰਦੇ ਸਤਿਗੁਰ ਕਾ ਜਨਮ ਹੈ ਗਵਨ ਮਿਟਾਇਆ। ਇਸ ਤਰ੍ਹਾਂ ਹੈ ਆਵਾਗਮਨ ਦਾ ਅਸਰ ਚੱਕਰ ਕੱਟਿਆ ਜਾਣਾ, ਨਾ ਕਿ ਸਿਰਫ ਫਾਰਮੈਲਿਟੀ ਵਾਈਜ਼ ਆਪਾਂ ਕਰ ਲਿਆ ਤੇ ਗੱਡੀ ਚੱਲ ਜਾਏਗੀ। ਤੇ ਸਾਹਿਬ ਜੀ ਕਹਿੰਦੇ ਵੀ ਸ਼ਬਦ ਦੇ ਨਾਲ ਅਸੀਂ ਆਸਾ ਮਨਸਾ ਨੂੰ ਸਾੜ ਦਿੱਤਾ, ਜਾੜ ਦਿੱਤਾ। ਹੁਣ ਆਸਾ ਮਨਸਾ ਸਾਡੇ ਅੰਦਰ ਫੁਰਨਾ ਹੀ ਨਹੀਂ ਫੁਰਦਾ। ਗੁਰਮੁਖ ਗੁਰੂ ਦੀ ਸ਼ਰਨ ਪੈ ਕੇ ਲਗਾਤਾਰ ਇੱਕ ਰਸ ਪਰਮੇਸ਼ਰ ਦੇ ਨਾਲ ਆਪਣਾ ਸੰਬੰਧ ਜੋੜਿਆ। ਤ੍ਰੈ ਗੁਣ ਮੇਟੇ ਖਾਈਐ ਸਾਰ, ਵੀ ਦੰਦਾਂ ਤੋਂ ਬਿਨਾਂ ਲੋਹਾ ਕਿਵੇਂ ਚੱਬਿਆ ਜਾਏ, ਫਲਾਦ ਕਿਵੇਂ ਖਾਧੀ ਜਾਏ। ਸਾਰ ਦਾ ਅਰਥ ਲੋਹਾ ਹੈ, ਫਲਾਦ ਹੈ। ਵੀ ਦੰਦ ਹੈ ਨਹੀਂ, ਸਖਤ ਚੀਜ਼ ਖਾਣੀ ਹੈ। ਦੁਨੀਆ ਸਖਤ ਚੀਜ਼ ਹੈ। ਦੁਨੀਆ ਦੇ ਇਸ ਲੋਹੇ ਨੂੰ ਕਿਵੇਂ ਪਾਰ ਕਰਨਾ ਹੈ, ਕਿਵੇਂ ਕੱਟਣਾ ਹੈ, ਉਹ ਗੁਰੂ ਸਾਹਿਬ ਜੀ ਕਹਿੰਦੇ ਨੇ ਤਰੀਕਾ ਵੀ ਦੱਸਦਾ। ਤ੍ਰੈ ਗੁਣ ਮਿਟੇ। ਤ੍ਰੈ ਗੁਣ ਦਾ ਅਰਥ ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਥੋੜੀ ਜਿਹੀ ਆਪਾਂ ਇੱਕ ਲਾਈਨ ਦੀ ਵਿਚਾਰ ਕਰ ਲਈਏ। ਰਜੋ ਗੁਣ ਉਹਨੂੰ ਕਹਿੰਦੇ ਨੇ, ਇਹ ਹੰਕਾਰ ਦਾ ਸੂਚਕ ਹੈ, ਮਦ ਦਾ ਸੂਚਕ ਹੈ। ਜਿਹੜਾ ਰਜੋ ਗੁਣ ਹੈ ਮਾਇਆ ਦਾ, ਇੱਥੇ ਮੈਂ ਮੇਰੀ ਹੈ। ਗੁਰੂ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਦੇ ਵਿੱਚ ਇੱਕ ਬਚਨ ਵੀ ਕਿਹਾ, ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਗੁਰਮੁਖ ਜਿਹੜਾ ਤਿੰਨਾਂ ਪਦਾਂ ਨੂੰ ਪਾਰ ਕਰਦਾ ਤੇ ਚੌਥੇ ਪਦ 'ਚ ਕਦਮ ਰੱਖਦਾ ਹੈ। ਇਹ ਜਿਹੜਾ ਨਾ ਤ੍ਰੈ ਗੁਣ ਮਿਟੇ, ਜਿਹੜਾ ਇਹ ਮਾਇਆ ਮੋਹ ਹੈ, ਤ੍ਰੈ ਗੁਣ ਜਿਹੜੇ ਨੇ, ਸੱਚੇ ਪਾਤਸ਼ਾਹ ਜੀ ਦਾ ਬਚਨ ਕੀ ਹੈ, ਤ੍ਰੈ ਗੁਣ ਮਾਇਆ ਮੋਹ ਹੈ। ਇਹ ਮਾਇਆ ਦੇ ਤ੍ਰੈ ਗੁਣ ਜਿਹੜੇ ਨੇ ਮੋਹ ਹੈ, ਸੰਸਾਰ ਨਾਲ ਜਕੜ ਪਕੜ ਬਣਾਉਂਦੇ ਆ। ਪਹਿਲਾ ਸੀ ਉਹਦਾ ਰਜੋ ਗੁਣ, ਤੇ ਹੰਕਾਰ ਦਾ ਸੂਚਕ ਹੈ, ਮੈਂ ਮੇਰੀ ਦਾ ਸੂਚਕ ਹੈ। ਫਿਰ ਤਮੋ ਗੁਣ ਹੈ। ਤਮੋ ਗੁਣ ਅਗਿਆਨਤਾ ਦਾ ਸੂਚਕ ਹੈ। ਤਮ ਮੈਨੇ ਹਨੇਰਾ ਹੁੰਦਾ ਹੈ, ਤਮ ਮੈਨੇ ਹੋਰ ਤਮਾ ਲੱਗਣੀ। ਅਗਿਆਨਤਾ ਵਿੱਚ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਹੈ। ਅਗਿਆਨਤਾ ਕਰਕੇ ਹੀ ਮਨੁੱਖ ਦੇ ਅੰਦਰ ਤਮੋ ਗੁਣ ਪੈਦਾ ਹੁੰਦਾ ਹੈ। ਇਹ ਤ੍ਰਿਸ਼ਨਾ ਦੀ ਅੱਗ ਬਲਦੀ ਹੈ, ਹੋਰ 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 ਮੰਗੀ ਜਾਓ, ਮੰਗੀ ਜਾਓ। ਜਦ ਤੱਕ ਅੰਦਰੋਂ ਸੜ ਨਹੀਂ ਜਾਂਦਾ ਬੰਦਾ, ਇਹ ਤਮੋ ਗੁਣ ਇਹਨੂੰ ਸਾੜਦਾ ਰਹਿੰਦਾ ਪੂਰੀ ਤਰ੍ਹਾਂ ਅੱਗ 'ਚ ਹੋਈ। ਇਹ ਤਮਾ ਦੀ ਜਿਹੜੀ ਅੱਗ ਹੈ, ਗੁਰੂ ਪਾਤਸ਼ਾਹ ਜੀ ਨੇ ਹਨੇਰੇ ਦੀ ਅੱਗ ਕਹੀ ਹੈ। ਬੰਦੇ ਨੂੰ ਸਮਝ ਹੀ ਕੋਈ ਨਹੀਂ ਹੈਗੀ। ਉਹਦੀ ਸੋਚ ਕੇਵਲ ਆਪਣੇ ਤੱਕ ਸੀਮਤ ਹੁੰਦੀ ਹੈ। ਮਾਇਆ ਦਾ ਤਮੋ ਗੁਣ ਇਹਨੂੰ ਦੇਖਣ ਹੀ ਨਹੀਂ ਦਿੰਦਾ ਦੂਜੇ ਵੱਲ। ਜਦੋਂ ਰਜੋਗੁਣ ਤੇ ਹਲੇ ਉਹਦੇ ਸੋਚ ਆਪਣੇ ਪਰਿਵਾਰ ਤੱਕ ਵਿਸ਼ਾਲ ਹੋ ਜਾਂਦੀ ਹੈ, ਪਰ ਤਮੋ ਗੁਣ ਵਿੱਚ ਉਹਦੀ ਸੋਚ ਆਪਣੇ ਤੱਕ ਹੀ ਹੈ। ਆਪਣੇ ਤੋਂ ਇੰਡੀਵਿਜੂਅਲ ਤੋਂ ਬਿਨਾਂ ਹੈ ਹੀ ਨਹੀਂ ਕਿਤੇ। ਬਸ ਮੈਂ, ਮੇਰੀ, ਹਰ ਵੇਲੇ ਮੈਨੂੰ ਚਾਹੀਦਾ, ਮੈਂ ਕਰਨਾ। ਤੇ ਮਾਇਆ ਦਾ ਤਮੋ ਗੁਣ ਹੈ। ਤੇ ਸਤੋ ਗੁਣ ਜਿਹੜਾ ਹੈ, ਇਹ ਸ਼ਾਂਤੀ ਦਾ ਪ੍ਰਤੀਕ ਹੈ। ਸੱਤ ਤੋਂ ਬਣਿਆ, ਇਹ ਹੈਗਾ ਸ਼ਾਂਤੀ ਦਾ ਪ੍ਰਤੀਕ ਹੈ, ਸ੍ਰੇਸ਼ਟਤਾ ਦਾ ਪ੍ਰਤੀਕ ਹੈ, ਅੰਦਰ ਸ੍ਰੇਸ਼ਟ ਬਣਨਾ। ਪਰ ਸਤੋ ਗੁਣ ਵੀ ਪਰਮੇਸ਼ਰ ਦੇ ਨਾਲ ਪਹੁੰਚਣ ਦਾ ਇਹਦੇ ਇੱਕ ਸਾਧਨ ਨਹੀਂ ਹੈ। ਇਹ ਤਿੰਨ ਗੁਣ, ਇਹਨਾਂ ਤੋਂ ਵੀ ਬਚਣਾ ਪਏਗਾ। ਵੀ ਜਦੋਂ ਬੰਦਾ ਸ੍ਰੇਸ਼ਟ, ਫਿਰ ਇਹ ਨਾ ਕਿਤੇ ਆ ਜਾਏ ਮੈਂ ਤਾਂ ਬਾਕੀਆਂ ਨਾਲੋਂ ਬੜਾ ਵੱਡਾ ਬਣ ਗਿਆ, ਬਾਕੀਆਂ ਨਾਲ ਤਾਂ ਮੈਂ ਚੰਗਾ ਹੀ ਹਾਂ, ਮੈਂ ਤਾਂ ਰੋਜ਼ ਸਵੇਰੇ ਨਿਤਨੇਮ ਦਾ ਪਾਠ ਕਰਦਾ, ਮੇਰੇ ਵਰਗਾ ਤਾਂ ਨੇਮੀ ਕੋਈ ਨਹੀਂ। ਇਹ ਸ੍ਰੇਸ਼ਟਤਾ ਦਾ ਗੁਣ ਵੀ ਕਈ ਵਾਰੀ ਹੰਕਾਰ ਬਣ ਕੇ ਖੜਾ ਹੋ ਜਾਂਦਾ ਹੈ। ਇਹ ਸ੍ਰੇਸ਼ਟਤਾ ਦੇ ਹੰਕਾਰ ਜਿਹੜਾ ਅੰਦਰੋਂ ਬਣ ਜਾਂਦਾ, ਤਾਂ ਫਿਰ ਇਹ ਵੀ ਸਾਨੂੰ ਇੱਕ ਰੁਕਾਵਟ ਆ ਕੇ ਖੜੀ ਹੋ ਜਾਂਦੀ ਹੈ। ਤੇ ਤਿੰਨ ਗੁਣ ਮਾਇਆ ਦੇ ਇਹ ਮੇਟੇ, ਚੌਥੇ ਪਦ ਨੂੰ ਗੁਰਮੁਖ ਚੌਥਾ ਪਦ ਪਾਏ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਇਹ ਬਚਨ ਗੁਰੂ ਅਮਰਦਾਸ ਮਹਾਰਾਜ ਦਾ ਸ਼੍ਰੀ ਰਾਗ ਦੇ ਵਿੱਚ ਹੀ ਹੈ। ਇਹ ਮਾਇਆ ਦਾ ਮੋਹ ਜਿਹੜਾ ਹੈ, ਤੇ ਗੁਰਮੁਖ ਦੀ ਜਿਹੜਾ ਗੁਰਮੁਖ ਹੈ, ਗੁਰੂ ਦੀ ਸ਼ਰਨ ਪੈਣ ਵਾਲਾ, ਉਹੀ ਇਸ ਦੰਦਾਂ ਤੋਂ ਬਿਨਾਂ ਲੋਹੇ ਨੂੰ ਚੱਬਣ ਦੇ ਕਾਮਯਾਬ ਹੁੰਦਾ, ਤਿੰਨਾਂ ਗੁਣਾਂ ਨੂੰ ਮਿਟਾ ਸਕਦਾ। ਚੌਥੇ ਪਦ ਦੇ ਉੱਤੇ ਭਾਵ, ਇਹਨਾਂ ਤੋਂ ਉੱਤੇ, ਇਹਨਾਂ ਤੋਂ ਪਾਰ, ਜਿਹਨੂੰ ਸਹਿਜ, ਜਿਹਨੂੰ ਅਸੀਂ ਸਹਿਜ ਕਹਿੰਦੇ ਹਾਂ, ਉਹ ਫਿਰ ਸਹਿਜ ਹੈ। ਜਿਹੜਾ ਚੌਥਾ ਪਦ ਹੈ, ਉਹ ਆਨੰਦ ਹੈ, ਉਹ ਖੇੜਾ ਹੈ, ਉਹ ਅਨਹਤ ਹੈ। ਉਹ ਜਿਹੜੀ ਨਗਰੀ ਹੈ ਔਖੀ ਹੈ, ਉਹ ਬੇਗਮ ਪੂਰਾ ਸ਼ਹਿਰ ਕੋ ਨਾਉ ਹੈ। ਉਹ ਅਵਸਥਾ ਦੀ ਗੱਲ ਜਿਹੜੀ ਹੈ, ਜਿੱਥੇ ਕੋਈ ਸੋਚ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਹੈ, ਉਹ ਬੇਗਮ ਹੈ। ਗੁਰੂ ਪਾਤਸ਼ਾਹ ਨੇ ਇਹ ਚੌਥੇ ਪਦ ਦੀ ਉਹ ਗੱਲ ਕੀਤੀ ਹੈ। ਤੇ ਤ੍ਰੈ ਗੁਣ ਮਿਟੇ ਖਾਈਏ ਸਾਰ, ਲੋਹਾ ਤਾਂ ਹੀ ਖਾਧਾ ਜਾ ਸਕਦਾ, ਨਾਨਕ ਤਾਰੇ ਤਾਰਨਹਾਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਜੀ ਕਹਿੰਦੇ ਨੇ ਵੀ ਤਾਰਨਹਾਰ ਪ੍ਰਭੂ ਆਪ ਹੀ ਆਪਣੇ ਸੇਵਕ ਨੂੰ ਸੰਸਾਰ ਭੋਜਨ ਤੋਂ ਪਾਰ ਕਰਦਾ ਹੈ। ਤੋ ਇਹਦੇ ਚ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੱਲ ਸਮਝਾਈ ਹੈ ਵੀ ਜੀਵਨ ਦੇ ਵਿੱਚ ਪਰਿਵਰਤਨ, ਜੀਵਨ ਵਿੱਚ ਜਿਹੜੀ ਚੇਂਜ, ਇਹਦਾ
ਇੱਕੋ ਹੀ ਢੰਗ ਹੈ ਕਿ ਜੋ ਮਨੁੱਖ ਆਵਾਗਮਨ 'ਚ ਫਸਿਆ ਹੋਇਆ ਹੈ, ਉਹ ਦੁਖੀ ਹੈ, ਛੁਟਕਾਰਾ ਚਾਹੁੰਦਾ ਹੈ। ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਛੁਟਕਾਰਾ ਹੋ ਜਾਏ, ਪਰ ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨ ਤੋਂ ਬਿਨਾਂ ਨਹੀਂ ਗੱਲ ਬਣਨੀ, ਭਜਨ ਤੋਂ ਬਿਨਾਂ ਨਹੀਂ ਗੱਲ ਬਣਨੀ। ਛੁੱਟ ਹੀ ਨਹੀਂ ਸਕਦਾ ਬੰਦਾ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ। ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਸਤਿਗੁਰ ਦੇ ਘਰ ਵਿੱਚ, ਸਤਿਗੁਰ ਦੀ ਸ਼ਰਨ ਦੇ ਵਿੱਚ ਆਉਣ ਨਾਲ ਆਸਾ ਤ੍ਰਿਸ਼ਨਾ ਰਜੋ ਤਮੋ ਸਤੋ ਸਭ ਉੱਤੇ ਕਾਬੂ ਪੈ ਜਾਂਦਾ। ਜਦੋਂ ਅਡੋਲ ਅਵਸਥਾ ਪ੍ਰਾਪਤ ਹੁੰਦੀ ਹੈ, ਨਿਰੰਤਰ ਅਵਸਥਾ ਪ੍ਰਾਪਤ ਹੁੰਦੀ ਹੈ, ਇਹ ਜਗਤ 'ਚ ਲੋਹੇ ਵਾਂਗੂ ਕਰੜਾ ਹੈ। ਇਹ ਗੁਰਮੁਖ ਬਣ ਕੇ ਇਹਨੂੰ ਜਿੱਤ ਲਈਦਾ ਹੈ। ਇਹ ਮਨ ਜੀਤਾ ਹੈ, ਜਗ ਜੀਤ ਦੀ ਅਵਸਥਾ ਹੈ। ਪਹਿਲਾਂ ਇਹ ਕੰਮ ਕਰਨਾ ਪੈਂਦਾ ਹੈ। ਮਨਮੁਖ ਹਾਰ, ਗੁਰਮੁਖ ਸਦ ਜੀਤ। ਮਨਮੁਖ ਹਾਰਦੇ ਨੇ, ਗੁਰਮੁਖ ਤਾਂ ਲੋਹੇ ਨੂੰ ਖਾ ਜਾਂਦੇ ਨੇ, ਕੱਟ ਲੈਂਦੇ ਨੇ। ਪਰ ਸਾਰੀ ਕਿਰਪਾ ਕਾਰਨ ਹਰ ਪਰਮੇਸ਼ਰ ਦੀ ਹੈ, ਜੋ ਸ਼ਰਨ ਪਾਉਣ ਵਾਲਿਆਂ ਨੂੰ ਸੰਸਾਰ ਭਵਜਲ ਤੋਂ ਪਾਰ ਕਰ ਦਿੱਤਾ ਹੈ। ਅਗਨ ਸਾਗਰ ਬੁੱਢ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਉਹਨੂੰ ਪਾਰ ਕਰ ਦਿੰਦਾ ਹੈ। ਇਹ 20ਵੀਂ ਪੌੜੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵਿਚਾਰ ਦਿੱਤੀ ਕਿ ਗੁਰਮੁਖ ਦੀ ਜਿਹੜੀ ਸ਼ਖਸੀਅਤ ਹੈ ਸ਼ਬਦ ਦੀ ਕਮਾਈ ਨਾਲ ਬਣਦੀ ਹੈ। ਸ਼ਬਦ ਨਾਲ ਕਿੰਨਾ ਜੁੜਿਆ, ਸ਼ਬਦ ਨਾਲ ਕਿੰਨਾ ਪਿਆਰ ਕੀਤਾ, ਸ਼ਬਦ ਕਿੰਨਾ ਪੜ੍ਹਿਆ, ਸ਼ਬਦ ਕਿੰਨਾ ਸੁਣਿਆ। ਇਹ ਅਹਨਤ ਸ਼ਬਦ ਦਾ ਜਿਹੜਾ ਵੱਜਣਾ ਆਤਮਿਕ ਖੇੜਾ ਹੈ, ਆਤਮਿਕ ਆਨੰਦ ਹੈ। ਬੰਦੇ ਨੂੰ ਆਪਣੇ ਪਤਾ ਲੱਗ ਜਾਂਦਾ ਹੈ ਵੀ ਅੰਦਰ ਸੜਿਆ ਹੋਇਆ ਕਾਲਾ ਸੁਆਹ ਤਾਂ ਨਹੀਂ ਹੋਇਆ ਹੋਇਆ। ਇਹ ਜਨਮ ਜਨਮ ਦੀ ਮੈਲ ਤੈਨੂੰ ਲੱਗੀ ਹੋਈ ਹੈ। ਕਾਲਾ ਸੁਆਹ ਅੰਦਰੋਂ ਤਾਂ ਹੋਇਆ ਹੀ ਸੀ, ਇਹ ਚਿੱਟਾ ਹੋਣਾ ਸ਼ੁਰੂ ਹੋਇਆ। ਇਹ ਤਾਂ ਕਿਵੇਂ ਹੁੰਦਾ? ਗੁਰੂ ਪਾਤਸ਼ਾਹ ਜੀ ਨੇ ਦੱਸਿਆ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਤੇਰਾ। ਉਦੋਂ ਸਾਫ਼ ਹੁੰਦਾ। ਇਹ ਖੇੜੇ ਦਾ ਪ੍ਰਤੀਕ ਹੈ। ਪਰ ਸ਼ਬਦ ਦੀ, ਫਿਰ ਬੇਨਤੀ ਕਰ ਰਿਹਾ ਵੀ ਸ਼ਬਦ ਦੀ ਕਮਾਈ ਤੋਂ, ਕਮਾਈ ਦਾ ਮਤਲਬ ਇਹ ਨਹੀਂ ਵੀ ਸਮਾਧੀ ਲਾਓ, ਭੌਰਿਆਂ 'ਚ ਜੋਗੀਆਂ ਵਾਲਾ ਕੰਮ ਕਰ ਲਈਏ। ਸ਼ਬਦ ਦੀ ਕਮਾਈ ਤੋਂ ਬਿਨਾਂ ਸਭ ਗੱਲਾਂ ਫੂਕੀਆਂ ਹਨ, ਕੇਵਲ ਟਾਰਾਂ ਮਾਰਨ ਵਾਲੀਆਂ, ਆਪਣੀਆਂ ਫੜਾਂ ਮਾਰਨ ਵਾਲੀਆਂ ਹਨ। ਸ਼ਬਦ ਦੀ ਕਮਾਈ ਤੋਂ ਬਿਨਾਂ ਅਨਹਦ ਬਾਣੀ ਦਾ ਪ੍ਰਕਾਸ਼ ਉਦੋਂ ਹੁੰਦਾ ਜਦੋਂ ਅੰਦਰੋਂ ਮੈਂ ਮੇਰੀ ਹਉਮੈ ਮੁੱਕ ਜਾਂਦੀ। ਉਹ ਤਾਂ ਤੂੰ ਕਰਤਾ ਤੂੰ ਹੁਆ ਦੀ ਅਵਸਥਾ ਤੇ ਪਹੁੰਚ ਜਾਂਦਾ। ਮੁਝ ਮੇ ਰਹਾ ਨਾ, ਜਬ ਤੱਕ ਹੂੰ ਹੈ ਉਦੋਂ ਤੱਕ ਤੂੰ ਨਹੀਂ ਹੈ। ਜਬ ਹਮ ਹੁੱਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਇਹ ਅਵਸਥਾ ਸੀ, ਮੈਂ ਸੀ, ਉਦੋਂ ਤੂੰ ਹੈ ਨਹੀਂ ਸੀ। ਪਰ ਜਦੋਂ ਤੂੰ ਹੈ ਤੇ ਹੁਣ ਮੈਂ ਨਹੀਂ ਹੈ। ਇਹਦਾ ਮਤਲਬ ਦੋਨਾਂ ਦਾ ਆਪਸੀ ਵਿਰੋਧ ਹੈ, ਮੈਂ ਤੇ ਤੂੰ ਦਾ। ਮੈਂ ਤੇ ਤੂੰ 'ਚ ਫਰਕ ਹੈ। ਜਦੋਂ ਸਾਡੀ ਸੋਚ ਮੈਂ ਤੱਕ ਹੈ, ਉਦੋਂ ਤੂੰ ਤੱਕ ਨਹੀਂ ਪਹੁੰਚਿਆ ਜਾ ਸਕਦਾ। ਤੇ ਜਦੋਂ ਸੋਚ ਤੂੰ ਤੱਕ ਪਹੁੰਚ ਗਈ, ਉਹ ਮੈਂ ਆਪਣੇ ਆਪ ਹੀ ਮੁੱਕ ਜਾਂਦੀ, ਖਤਮ ਹੋਈ ਹੋਈ ਹੈ, ਤਾਂ ਪਹੁੰਚਦੀ ਹੈ। ਗੁਰੂ ਪਾਤਸ਼ਾਹ ਜੀ ਨੇ ਇੱਥੇ ਜਿਹੜੀ ਗੱਲ ਕੀਤੀ ਵੀ ਗੱਲਾਂ ਮਾਰਨ ਨਾਲ ਨਹੀਂ, ਇਹ ਤਾਂ ਹਉਮੈ ਜਦੋਂ ਮੁੱਕ ਜਾਏ, ਅੰਦਰੋਂ ਮੈਂ ਮੇਰੀ ਮੁੱਕ ਜਾਏ, ਫਿਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ। ਸੰਸਾਰ ਵਿੱਚ ਜਨਮ ਲੈਣ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਾ ਸਕੀਦਾ ਹੈ, ਬਹੁਤ ਵੱਡੀ ਗਿਣਤੀ ਹੈ। ਪਰ ਸਤਿਗੁਰ ਦੇ ਘਰ 'ਚ ਜਨਮ ਲੈਣ ਵਾਲੇ ਬਿਰਲੇ ਨੇ, ਉਹ ਘੱਟ ਨੇ। ਹਾਂ, ਦਿਖਾਵੇ ਲਈ ਬਹੁਤ ਦੁਨੀਆ ਅੱਜ ਲੜੀਆਂ ਲੱਗੀਆਂ ਹੋਈਆਂ ਜੀ, ਅਸੀਂ ਇੰਨੇ ਲੱਖ ਨੂੰ ਅੰਮ੍ਰਿਤ ਛਕਾਤਾ। ਇੱਕ ਡੇਰਾ ਕਹਿੰਦਾ ਮੈਂ ਤਾਂ ਇੰਨੇ ਲੱਖ ਨੂੰ ਅੰਮ੍ਰਿਤ ਛਕਾਤਾ, ਦੂਜੇ ਲੱਖ ਨੂੰ ਕਹਿੰਦਾ ਮੈਂ ਇੰਨੇ ਅੰਮ੍ਰਿਤ ਛਕਾਤਾ। ਦੂਜੇ ਡੇਰੇਦਾਰ ਨੂੰ ਪੁੱਛੋ, ਜੇ ਸਾਰਿਆਂ ਦਾ ਜੋੜ ਲਾ ਲਈ, ਉਹਨੀ ਸਿੱਖਾਂ ਦੀ ਗਿਣਤੀ ਨਹੀਂ ਜਿਨ੍ਹਾਂ ਨੂੰ ਇਹਨਾਂ ਨੇ ਅੰਮ੍ਰਿਤ ਛਕਾਤਾ। ਕਿੱਡਾ ਭੁਲੇਖਾ, ਕਿੱਡਾ ਇਹਨਾਂ ਦੇ ਦਿਮਾਗ ਦੇ ਅੰਦਰ ਕੀੜਾ ਵੜਿਆ ਹੋਇਆ। ਝੂਠ ਬੋਲ ਬੋਲ ਕੇ ਧਰਮ ਦੇ ਨਾਂ ਦੇ ਉੱਤੇ ਦੁਨੀਆ ਨੂੰ ਪੁੱਠੇ ਰਸਤੇ ਪਾਤਾ। ਵੀ ਅੰਮ੍ਰਿਤ ਛਕਾਉਣਾ, ਅੰਮ੍ਰਿਤ ਛਕਣ ਵਾਲੇ ਹੈ ਤਾਂ ਉਨੇ ਕੀ ਨੇ ਨਾ, ਉਹਨਾਂ ਦੀ ਗਿਣਤੀ ਕਰਕੇ ਦੇਖ ਲਓ। ਜਿਨ੍ਹਾਂ ਦਾ ਜੋੜ ਲਾਈਏ, ਟੋਟਲ ਲਾਈਏ, ਤੇ ਮੈਂ ਤਾਂ ਇੱਕ ਦਿਨ ਹਿਸਾਬ ਲਾਉਂਦਾ ਸੀ ਵੀ ਉਹਨੀ ਤਾਂ ਸਾਡੀ ਗਿਣਤੀ ਨਹੀਂ। 1,80,00,000 ਟੋਟਲ ਸਿੱਖਾਂ ਦੀ ਆਬਾਦੀ ਚ ਗਿਣਤੀ ਹੈ ਟੋਟਲ। ਕਿੰਨਾ ਹਿੱਸਾ ਬਣਦਾ ਹੈ ਅਸੀਂ ਦੇਖ ਲਈਏ, ਅੰਦਾਜ਼ਾ ਲਾ ਲਈਏ। ਪਿੱਛੇ 2 ਕਰੋੜ 2 ਲੱਖ ਸੀ, ਹੁਣ 1,80,82,82 ਲੱਖ ਰਹਿ ਗਏ। ਪਿਛਲੇ ਸਾਲਾਂ ਦੀ ਗਿਣਤੀ ਘਟ ਗਈ। ਸਾਡੀ ਅਵਸਥਾ ਇਦਾਂ ਦੀ ਬਣ ਗਈ ਵੀ ਅਸੀਂ ਇੱਕ ਤੋਂ ਵੱਧ ਗੱਲ ਹੀ ਨਹੀਂ ਕਰਦੇ। ਹੁਣ ਕੋਈ ਬੱਚੇ ਨੂੰ ਜਨਮ ਦੇਣਾ, ਦੂਜੇ ਦੀ ਗੱਲ ਹੀ ਨਹੀਂ ਕਰਨੀ। ਅਸੀਂ ਜ਼ਿਆਦਾ ਅੱਜ ਕੱਲ੍ਹ ਮਾਡਰਨ ਵਾਲੇ ਪਾਸੇ ਤਰ ਗਏ। ਕੁਝ ਪਰਿਵਾਰ ਤਾਂ ਇੱਥੇ ਹੈ ਜਿਹੜੇ ਕਹਿੰਦੇ ਲੈਣਾ ਕੀ ਹੈ ਇਸ ਗੱਲ ਤੋਂ। ਪਰ ਗੁਰੂ ਪਾਤਸ਼ਾਹ, ਹਾਲਾਂਕਿ ਸ਼ਬਦ ਨਾਲ ਮੇਲ ਨਹੀਂ ਖਾਂਦੀ, ਮੈਂ ਗੱਲ ਕਰ ਰਿਹਾ ਸਾਡੇ ਸਿੱਖ ਕੌਮ ਦੀ ਹਾਲਤ ਲਈ ਕਿ ਕਮ ਸੇ ਕਮ ਸਾਨੂੰ ਇਸ ਪਾਸੇ ਜ਼ਰੂਰ ਸੋਚਣ ਦੀ ਲੋੜ ਹੈ। ਤੇ ਜਦੋਂ ਸਤਿਗੁਰ ਦੇ ਘਰ 'ਚ ਜਨਮ ਹੁੰਦਾ ਤੇ ਸਤਿਗੁਰ ਨੂੰ ਆਪਣਾ ਮਾਤਾ ਪਿਤਾ ਸਮਝ ਲੈਂਦਾ ਹੈ, ਪਾਲਣਹਾਰ ਵੀ ਇਨਸਾਨ ਸਮਝਦਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਇਹ ਉਦੋਂ ਅਵਸਥਾ ਬਣਦੀ ਹੈ। ਪਰ ਪੜ੍ਹਨ ਨਾਲ ਇਕੱਲੇ ਨਹੀਂ ਬਣਦੀ।
ਗੁਰੂ ਨੂੰ ਪਿਤਾ ਮਾਤਾ ਪਿਤਾ ਮੰਨਣਾ ਪਏਗਾ। ਜਿਵੇਂ ਮਾਂ ਬਾਪ ਤੇ ਭਰੋਸਾ ਸਾਨੂੰ ਸੰਸਾਰ 'ਚ ਹੈ, ਉਸ ਮਾਤਾ ਪਿਤਾ ਮੰਨਣਾ ਭਾਵ ਗੁਰੂ ਦੀ ਆਗਿਆ ਮੰਨਣੀ ਪਏਗੀ। ਇੱਕ ਅਮਲ ਹੈ, ਅਮਲੀ ਜ਼ਿੰਦਗੀ ਬਣਾ ਕੇ ਹੀ ਅਸੀਂ ਗੁਰੂ ਦੇ ਲਾਲੇ ਗੋਲੇ ਬਣ ਸਕਦੇ ਹਾਂ। ਜਦ ਲਾਲੇ ਗੋਲੇ ਬਣ ਜਾਵਾਂਗੇ ਤਾਂ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਅੰਦਰੋਂ ਸਾਡੇ ਮੋਹ ਜਿਹੜਾ ਹੈ ਟੁੱਟ ਜਾਏਗਾ ਤੇ ਅੰਦਰੋਂ ਸਾਡੇ ਗਿਆਨ ਦੀਆਂ ਗੱਲਾਂ ਜਿਹੜੀਆਂ ਹਨ ਉਹ ਚੱਲ ਪੈਣਗੀਆਂ। ਇੱਥੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ 19 ਤੇ 20ਵੀਂ ਪੌੜੀ ਦੇ ਵਿੱਚ ਜੋ ਸਾਨੂੰ ਸਮਝਾਇਆ, ਜਿਹਦੀ ਵਿਚਾਰ ਆਪਾਂ ਉਦੋਂ ਕੰਪਲੀਟ ਨਹੀਂ ਸੀ ਕਰ ਸਕੇ, ਅੱਜ ਉਹ ਕੁਝ ਗੱਲਾਂ ਪਿਛਲੀਆਂ ਪੌੜੀਆਂ ਦੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ। ਅੱਜ 21ਵੀਂ ਪੌੜੀ ਆਪਾਂ ਆਰੰਭ ਕਰਦੇ ਹਾਂ। ਆਦ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾਂ ਕਰ ਵਾਸੋ, ਗਿਆਨ ਕੀ ਮੁਦਰਾ ਕਵਨ ਕਥੀਅਲੇ, ਘਟ ਘਟ ਕਵਨ ਨਿਵਾਸੋ, ਘਰ ਕਾ ਠੀਂਗਾ ਕਿਉਂ ਜਲਾਈਅਲੇ, ਕਿਉਂ ਨਿਰਭਉ ਕਰ ਜਾਈਐ, ਸਹਿਜ ਸੰਤੋਖ ਕਾ ਆਸਣ ਜਾਣੈ, ਕਿਉਂ ਛੇਦੇ ਬਹਿਰਾਈਐ, ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਕਰ ਹੋਵੇ ਵਾਸੋ, ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾ ਕਾ ਦਾਸੋ। ਸ਼ਬਦ ਦੀਆਂ ਆਖਰੀ ਪੰਕਤੀਆਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਛੋਟਾ ਜਿਹਾ ਉੱਤਰ ਦਿੱਤਾ ਹੈ। ਪਹਿਲੀਆਂ ਸਾਰੀਆਂ ਪੰਕਤੀਆਂ ਦੇ ਜੋਗੀਆਂ ਦੇ ਸਿੱਧਾਂ ਵੱਲੋਂ ਸਵਾਲ ਕੀਤੇ ਗਏ। ਇਹਦੀ ਵਿਚਾਰ ਕਰਨ ਤੋਂ ਪਹਿਲਾਂ ਇਹ ਵਿਚਾਰ ਬੇਨਤੀ ਕਰਾਂ, ਅਗਲੀ ਪੌੜੀ 22ਵੀਂ ਫਿਰ 23ਵੀਂ। 22ਵੀਂ ਪੌੜੀ ਵਿੱਚ ਵੀ ਇਸੇ ਤਰ੍ਹਾਂ ਹੀ ਪਹਿਲਾ ਸਵਾਲ ਹੈ, ਫਿਰ ਇੱਕ ਪੰਕਤੀ 'ਚ ਗੁਰੂ ਸਾਹਿਬ ਜੀ ਦਾ ਜਵਾਬ ਹੈ। ਪਰ 23ਵੀਂ ਪੌੜੀ ਜਦੋਂ ਆਏਗੀ ਉਹਦਾ ਵਿਸਥਾਰ ਤੇ ਇਹਨਾਂ ਸਵਾਲਾਂ ਦਾ ਪੂਰਾ ਡਿਟੇਲ ਜਵਾਬ ਜਿਹੜਾ ਹੈ ਉਹ 23ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ ਹੈ। ਉਸ ਤੋਂ ਅੱਗੇ 24 ਨੰਬਰ ਪੌੜੀ ਸ਼ੁਰੂ ਹੁੰਦੀ ਹੈ ਤੇ 24 ਤੋਂ ਲੈ ਕੇ 42 ਤੱਕ ਪੌੜੀਆਂ ਉੱਥੇ ਗੁਰਮਤਿ ਦਾ ਸਿਧਾਂਤ ਸਿਰਫ ਗੁਰੂ ਨਾਨਕ ਸਾਹਿਬ ਹੀ ਦੱਸ ਰਹੇ ਆ ਕਿ ਸਾਡੇ ਗੁਰਮਤਿ ਦਾ ਮਾਰਗ ਕੀ ਹੈ। ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਮਤਿ ਦਾ ਮਾਰਗ ਫਿਰ ਇਹਨਾਂ ਸਾਰਿਆਂ ਨੂੰ ਦੱਸਿਆ। ਲਗਾਤਾਰ ਇਹ ਪੌੜੀਆਂ ਜਿਹੜੀਆਂ 19 ਪੌੜੀਆਂ ਅੱਗੇ ਲਗਾਤਾਰ ਆਉਣਗੀਆਂ 42 ਨੰਬਰ ਪੌੜੀ ਤੱਕ, ਕੁਝ ਗੁਰੂ ਨਾਨਕ ਜੀ ਨੇ ਆਪਣਾ ਮਤ ਗੁਰਮਤਿ ਦਾ ਮਤ ਗ੍ਰਿਟਾਇਆ। ਇਹ ਜਿਹੜਾ ਸਵਾਲ ਹੈ 3 ਪੌੜੀਆਂ ਇਕੱਠੀਆਂ ਨੇ, ਪਰ ਜਿਵੇਂ ਜਿਵੇਂ ਆਪਣੇ ਕੋਲ ਸਮਾਂ ਆਪਾਂ ਵਿਚਾਰ ਕਰਦੇ ਹਾਂ। ਆਦ ਕੋ ਕਵਨ ਵਿਚਾਰ ਕਥੀਅਲੇ, ਆਦ ਦਾ ਅਰਥ ਹੈ ਮੁੱਢ, ਆਰੰਭ, ਜਗਤ ਰਚਨਾ। ਦੇਖੋ ਗੁਰੂ ਪਾਤਸ਼ਾਹ ਜੀ ਨੇ ਆਮ ਤੌਰ ਤੇ ਸੰਸਾਰ ਦੇ ਵਿੱਚ ਦੁਨੀਆ ਨੇ 3 ਕਾਲ ਮੰਨੇ ਨੇ। ਇੱਕ ਕਹਿੰਦੇ ਨੇ ਭੂਤ ਕਾਲ, ਇੱਕ ਵਰਤਮਾਨ ਕਾਲ, ਇੱਕ ਭਵਿੱਖ ਕਾਲ, ਭਵਿੱਖਤ ਕਾਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ। 3 ਕਾਲ ਆਮ ਅਸੀਂ ਪੜ੍ਹਦੇ ਵੀ ਰਹੇ ਹਾਂ ਛੋਟੇ ਹੁੰਦਿਆਂ ਵੀ 3 ਕਾਲ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਚੌਥਾ ਕਾਲ ਵੀ ਮੰਨਿਆ। ਉਹ ਕਾਲ ਇਹਨਾਂ ਕਾਲਾਂ ਤੋਂ ਪਹਿਲਾਂ ਦਾ ਹੈ, ਜਦੋਂ ਨਾ ਭੂਤ ਸੀ, ਨਾ ਪ੍ਰੈਜ਼ੈਂਟ ਸੀ, ਵਰਤਮਾਨ ਸੀ, ਤੇ ਨਾ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਗਈ ਹੈ। ਉਹ ਪਹਿਲਾਂ ਜਦੋਂ ਹੈ ਹੀ ਕੁਛ ਨਹੀਂ ਸੀ, ਉਹਦੀ ਗੱਲ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕੀਤੀ ਹੈ। ਉਹਨੂੰ ਆਦ ਦੇਣਾ ਵੀ ਉਦੋਂ ਕੀ ਸੀ। ਇੱਥੋਂ ਜੋਗੀਆਂ ਨੇ ਸਵਾਲ ਕੀਤਾ ਪਹਿਲਾ, ਕਹਿਣ ਲੱਗੇ ਬਈ ਆਦ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾਂ ਕਰ ਵਾਸੋ। ਇੱਕ ਬੜੀ ਇੱਥੋਂ ਇੱਕ ਕੁਐਸਚਨ ਜਿਹਾ ਪੈਦਾ ਹੁੰਦਾ ਇਹਨਾਂ ਦੇ ਸਵਾਲ ਦੇ ਵਿੱਚੋਂ ਹੀ। ਜਿਹੜੇ ਲੋਕਾਂ ਨੂੰ ਹਾਲੇ ਤੱਕ ਆਦ ਦਾ ਮੁੱਢ ਹੀ ਨਹੀਂ ਪਤਾ ਲੱਗਾ, ਵੀ ਆਦ ਦਾ ਮੁੱਢ ਹੀ ਪਤਾ ਨਹੀਂ ਲੱਗਾ, ਉਹਨਾਂ ਨੇ ਧਰਮ ਨੂੰ ਕੀ ਕਮਾਉਣਾ ਹੈ। ਇਹਨਾਂ ਦੇ ਸਵਾਲ ਦੇ ਵਿੱਚੋਂ ਇੱਕ ਸਵਾਲ ਹੋਰ ਨਿਕਲਦਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛ ਰਹੇ ਨੇ ਵੀ ਦੱਸੋ ਸਾਨੂੰ ਇਹ ਮਾਰਗ ਸਾਨੂੰ ਸਮਝਾਓ। ਮੈਂ ਤਾਂ ਹੈਰਾਨ ਹੋਇਆ ਵੀ ਦੇਖੋ ਇੰਨੀ ਸੋਚ ਛੋਟੀ ਹੈ। ਇੰਨੇ ਸਾਲ ਪੁਰਾਣਾ ਇਹਨਾਂ ਦਾ ਯੋਗ ਮਤ ਸੀ, ਭਾਰਤ ਦੀ ਧਰਤੀ ਤੇ ਚੱਲਦਾ, ਗੁਰੂ ਨਾਨਕ ਸਾਹਿਬ ਤੋਂ ਪੁਰਾਣਾ ਸੀ ਇਹ ਯੋਗ ਮਤ, ਤੇ ਇਹਨਾਂ ਨੂੰ ਅਜੇ ਆਦ ਦੇ ਮੁੱਢ ਦਾ ਹੀ ਨਹੀਂ ਪਤਾ। ਇਹ ਸਵਾਲ ਦਾ ਜਵਾਬ ਇਹਨਾਂ ਕੋਲ ਹੀ ਹੈ ਨਹੀਂ, ਤੇ ਗੁਰੂ ਸਾਹਿਬ ਜੀ ਅੱਗੇ ਸਵਾਲ ਕਰਦੇ ਆ। ਕਹਿੰਦੇ ਫਿਰ ਜੋਗੀਆਂ ਨੇ ਦੇਖੋ ਜਿਹਦਾ ਪਤਾ ਹੀ ਨਹੀਂ ਉਹਨੂੰ ਪ੍ਰਾਪਤੀ ਲਈ ਸੰਸਾਰ ਤਿਆਗ ਦਿੱਤਾ, ਘਰ ਤਿਆਗ ਦਿੱਤਾ। ਜੇ ਉਹਨਾਂ ਨੂੰ ਆਪ ਦਾ ਪਤਾ ਹੀ ਨਹੀਂ, ਮੁੱਢ ਹੀ ਨਹੀਂ ਪਤਾ, ਤੇ ਸੰਸਾਰ ਤਿਆਗਣ ਨਾਲ ਕਿਵੇਂ ਮਿਲ ਜਾਏਗਾ।
ਉਹ ਤਿਆਗਿਆ ਕਿਉਂ? ਅਗਲਾ ਸਵਾਲ ਖੜਾ ਹੋ ਗਿਆ ਕਿ ਜੋਗੀਆਂ ਨੇ ਸਵਾਲ ਸੰਸਾਰ ਤਿਆਗਿਆ ਹੀ ਕਿਉਂ ਫਿਰ, ਜੇ ਉਹਨਾਂ ਨੂੰ ਆਪ ਦੇ ਮੁੱਢ ਬਾਰੇ ਨਹੀਂ ਪਤਾ ਜਾਂ ਆਪ ਦੇ ਪਿੱਛੇ ਤੋਂ ਜਾਣਕਾਰੀ ਨਹੀਂ ਜਾਂ ਇਹਦੇ ਬਾਰੇ ਉਹ ਜਾਣਦੇ ਨਹੀਂ ਤਾਂ ਉਸ ਘਰ ਕਿਉਂ ਛੱਡ ਕੇ ਬੈਠ ਕੇ? ਕਿਉਂ ਗੇਰੂਏ ਰੰਗ ਦੇ ਕੱਪੜੇ ਪਾ ਲਏ? ਕਿਉਂ ਕੰਨ ਪੜਵਾ ਲਏ, ਮੁੰਦਰਾਂ ਪਾ ਲਈਆਂ? ਕਿਉਂ ਖੱਪਰ ਹੱਥਾਂ 'ਚ ਫੜ ਲਏ? ਕਿਉਂ ਆਪਣੀ ਖਿੰਥੜੀ ਲੈ ਲਈ? ਕਿਉਂ ਲੈ ਲਈ? ਇਹ ਟੰਡਾ ਹੱਥ 'ਚ ਕਿਉਂ ਰੱਖਿਆ? ਜੇ ਪਤਾ ਹੀ ਨਹੀਂ ਤੁਹਾਨੂੰ ਵੀ ਅਸੀਂ ਮਿਲਣਾ ਕਿਹਨੂੰ ਹੈ ਤੇ ਕਰਨਾ ਕੀ ਹੈ, ਤਾਂ ਫਿਰ ਦੱਸੋ ਭਾਈ, ਇਹ ਸਵਾਲ ਤੁਸੀਂ ਕਿ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਹੋ। ਤੇ ਗੁਰੂ ਨਾਨਕ ਸਾਹਿਬ ਦੇ ਕੇ ਸਵਾਲ ਕਰ ਦਿੱਤਾ ਜੋਗੀਆਂ ਨੇ ਵੀ ਇੱਥੇ ਜੋਗੀਆਂ ਨੇ ਸਮਝ ਕੀ ਲਿਆ ਵੀ ਇਹ ਸੰਸਾਰ ਛੱਡ ਦਿਓ ਜੀ, ਇਹ ਤਾਂ ਦੁੱਖਾਂ ਦਾ ਘਰ ਹੈ, ਇੱਥੇ ਹਰ ਬੰਦਾ ਦੁਖੀ ਹੈ, ਇੱਥੇ ਤਾਂ ਕੋਈ ਸੁਖੀ ਹੈ ਹੀ ਨਹੀਂ ਹੈ। ਉਹਨਾਂ ਦੇ ਦਿਮਾਗ 'ਚ ਉਹੀ ਸੀ। ਇਹ ਤਾਂ ਉਹਨਾਂ ਨੇ ਜੋਗੀਆਂ ਨੇ ਆਪਣੇ ਮਨੁੱਖ ਦੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀਆਂ ਔਕੜਾਂ ਦੀਆਂ ਦੇਖਿਆ ਵੀ ਹਾਏ ਤੇ ਦੌੜ ਭੱਜ ਨਹੀਂ ਮੁੱਕਦੀ, ਇਹ ਤਾਂ ਹੈ ਹੀ ਔਖਾ ਜਿਹਾ ਕੰਮ ਹੈ। ਵੀ ਭੋਲਿਓ, ਅਜੇ ਤੁਹਾਨੂੰ ਮੁੱਢ ਦਾ ਪਤਾ ਨਹੀਂ, ਬਣਾਉਣ ਵਾਲੇ ਦਾ ਪਤਾ ਨਹੀਂ, ਤੁਸੀਂ ਆਏ ਕਿਵੇਂ ਤੁਹਾਨੂੰ ਪਤਾ ਨਹੀਂ। ਸਵਾਲ ਤੁਸੀਂ ਇਹੋ ਜਿਹਾ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ। ਉਹਨਾਂ ਨੇ ਸਵਾਲ ਇਹ ਕੀਤਾ ਵੀ ਤੁਸੀਂ ਸ੍ਰਿਸ਼ਟੀ ਦੇ ਮੁੱਢ ਦੀ ਕੀ ਵਿਚਾਰ ਦੱਸਦੇ ਹੋ, ਵੀ ਸ੍ਰਿਸ਼ਟੀ ਦਾ ਮੁੱਢ ਕੀ ਹੈ? ਪਹਿਲਾ ਸਵਾਲ ਇਹ ਸੀ। ਆਦਿ ਕੋ ਕਵਨ ਵਿਚਾਰ ਕਥੀ ਅਲੇ ਤੇ ਕਿਹਾ ਜਾਂਦਾ ਹੈ। ਤਾਂ ਸੋਨਾ ਆਪਾਂ ਪਿੱਛੇ ਵੀ ਅਰਥ ਕੀਤਾ, ਜਿਹਨੂੰ ਸ਼ੂਨਯ ਜ਼ੀਰੋ ਦੀ ਗੱਲ ਕਰਦੇ ਆ, ਜਿੱਥੇ ਕੋਈ ਅਫੁਰ ਅਵਸਥਾ ਦੀ ਗੱਲ ਹੈ, ਜੇ ਕੁਝ ਵੀ ਨਾ ਹੋਵੇ। ਅਫੁਰ ਅਵਸਥਾ ਨਿਰਗੁਣ ਸਰੂਪ ਪ੍ਰਭੂ ਹੈ, ਕੇਵਲ ਪ੍ਰਭੂ ਹੀ ਨਿਰਗੁਣ ਸਰੂਪ ਦੇ ਵਿੱਚ ਹੈ। ਉਹਦੀ ਗੱਲ ਦੋ ਸਰੂਪ, ਸਰਗੁਣ ਸਰੂਪ, ਨਿਰਗੁਣ ਸਰੂਪ, ਅੱਗੇ ਆ ਕੇ ਵੀ ਗੱਲ ਆ ਜਾਏਗੀ। ਤੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਜੋਗੀਆਂ ਨੇ ਵੀ ਸਾਨੂੰ ਇਹ ਦੱਸੋ, ਅਫੁਰ ਪਰਮਾਤਮਾ ਦਾ ਫਿਰ ਟਿਕਾਣਾ ਕਿੱਥੇ ਸੀ? ਵੀ ਜੇ ਜੋ ਹੈ ਹੀ ਨਹੀਂ ਸੀ, ਆਪ ਦਾ ਮੁੱਢ ਕੀ ਹੈ, ਜਗਤ ਦਾ ਮੁੱਢ ਕੀ ਹੈ, ਕੁਛ ਹੈ ਹੀ ਨਹੀਂ, ਤੇ ਉਹਦਾ ਟਿਕਾਣਾ ਕਿੱਥੇ ਸੀ ਫਿਰ ਅੱਗੇ ਸਤਿਗੁਰੂ ਜੀ ਨੂੰ ਸਵਾਲ ਇਹ ਹੈ, ਗਿਆਨ ਕੀ ਮੁੰਦਰਾ ਕਵਨ ਕਥੀਅਲੇ। ਕੁਝ ਟੀਕਾਕਾਰਾਂ ਨੇ ਮੁੰਦਰਾ ਨੂੰ ਮੁਦਰਾ ਲਿਖ ਦਿਆ ਤੇ ਕੁਝ ਨੇ ਮੁੰਦਰਾ ਲਿਖਿਆ। ਚਲਦੇ ਹੋਏ ਪ੍ਰਭਾਵ ਦੇ ਮੁਤਾਬਕ, ਜਲਦੀ ਹੋਈ ਗੱਲਬਾਤ ਦੇ ਮੁਤਾਬਕ ਇਹਦਾ ਅਰਥ ਮੁੰਦਰਾ ਜ਼ਿਆਦਾ ਸਪਸ਼ਟ ਹੁੰਦਾ ਹੈ। ਮੁਦਰਾ ਦੇ ਤਿੰਨ ਅਰਥ ਕੀਤੇ ਨੇ ਆਮ ਵਿਦਵਾਨਾਂ ਨੇ ਵੀ, ਔਰ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਵੀ। ਇੱਕ ਤਾਂ ਮੁੰਦਰਾ ਹੁੰਦੀਆਂ ਨੇ ਜਿਹੜੀਆਂ ਮੁੰਦਰਾ ਨੂੰ ਕੰਨ ਪੜਵਾ ਕੇ, ਇੱਕ ਨਿਸ਼ਾਨੀ ਹੁੰਦੀ ਹੈ, ਨਿਸ਼ਾਨੀ, ਉਹਨੂੰ ਮੁਦਰਾ ਕਹਿੰਦੇ ਨੇ। ਫਿਰ ਜੋਗੀਆਂ ਦੇ 5 ਸਾਧਨ ਵੀ ਨੇ ਮੁਦਰਾ ਜਿਹੜੀਆਂ, ਉਹ ਜਿਹੜੇ ਸਾਧਨਾਂ ਨਾਲ ਜੋਗ ਮਤ ਕਰਦੇ, ਜਿਹਨੂੰ ਪ੍ਰਸ਼ਟ ਸਾਹਿਬ ਸਿੰਘ ਜੀ ਨੇ ਉਹਨਾਂ ਦੇ ਨਾਮ ਵੀ ਦਿੱਤੇ ਹੈ। ਇੱਕ ਖੇਚਰੀ ਹੈ, ਇੱਕ ਕੂਚਰੀ ਹੈ, ਇੱਕ ਗੋਚਰੀ ਹੈ, ਇੱਕ ਚਾਚਰੀ ਹੈ, ਇੱਕ ਪੁਨਮਨੀ ਹੈ। ਤੇ 5 ਸਾਧਨ ਜੋਗੀਆਂ ਨੇ ਮੁਦਰਾ ਦੇ ਦਿੱਤੇ ਨੇ ਵੀ ਇਹ ਮੁਦਰਾਵਾਂ ਹਨ, ਮਤਲਬ ਉਹਨਾਂ ਦੇ ਜਿਹੜੀਆਂ ਜੋਗੀ ਕਰਦੇ ਨੇ। ਤੇ ਉਹ ਉਹਦੇ ਚ ਜਿਵੇਂ ਇਹਨਾਂ ਦੇ ਖੇਚਰੀ ਮੁਦਰਾ ਦਾ ਜਿਵੇਂ ਜਿੰਨਾ ਕੁ ਮੈਨੂੰ ਸਮਝ ਆਈ, ਜੋ ਉੱਥੇ ਆਮ ਮਿਲਦਾ ਹੈ ਸਾਨੂੰ ਵਿਦਵਾਨਾਂ ਦੇ ਲਿਖਤਾਂ ਦੇ ਵਿੱਚੋਂ, ਕਿਉਂਕਿ ਮੈਂ ਜੋਗ ਮਤ ਤਾਂ ਮੈਨੂੰ ਤਾਂ ਬਹੁਤੀ ਨੌਲੇਜ ਨਹੀਂ, ਪਰ ਜਿਹੜੇ ਜੋਗ ਮਤ ਦੇ ਉਹਨਾਂ ਨੂੰ ਪਤਾ ਹੈ, ਜਿਨ੍ਹਾਂ ਨੇ ਪੜ੍ਹਿਆ ਹੋਵੇਗਾ ਜਾਂ ਕੀਤਾ ਹੋਵੇਗਾ। ਅਸੀਂ ਆਪਣੀ ਕਿਤਾਬ ਤੋਂ ਜੋਗ ਮਤ ਤੇ ਗੁਰਮਤ ਜਿਹੜੀ ਸੀ ਉਹਨੂੰ ਥੋੜਾ ਬਹੁਤਾ ਪੜ੍ਹਿਆ ਸੀ, ਤੇ ਉਹਦੇ ਵਿੱਚੋਂ ਜੋਗ ਮਤ ਥੋੜਾ ਬਹੁਤਾ ਪਤਾ ਲੱਗਦਾ ਕਿ ਇਹਨਾਂ ਦੀਆਂ ਕਿਰਿਆਵਾਂ ਹਨ। ਜੋਗੀ ਜਿਹੜੇ ਖਿਚੜੀ ਮੁਦਰਾ ਹੁੰਦੀ ਉਹ ਮਾਲਿਸ਼ ਕਰਦੇ ਨੇ, ਮਾਲਿਸ਼ ਕਰਕੇ ਅਤੇ ਖਿੱਚ ਕੇ ਆਪਣੀ ਜੀਭ ਨੂੰ ਬੜੀ ਲੰਬੀ ਕਰ ਦਿੰਦੇ ਆ, ਲੰਬੀ ਕਰਕੇ ਮੁੜ ਕੇ ਫਿਰ ਆਪਣੇ ਤਾਲੂ ਦੇ ਵਿੱਚ ਨੂੰ ਫਸਾ ਲੈਂਦੇ, ਤਾਂ ਪੁੱਠੀ ਕਰਕੇ ਲੰਬੀ ਕਰਕੇ ਜੋਗੀ ਜਿਹੜੇ ਕੁਝ ਫਸਾ ਲੈਂਦੇ ਆ। ਉਹਨਾਂ ਦਾ ਮਤ ਹੈ, ਖਿਆਲ ਹੈ, ਕਹਿੰਦਾ ਹੈ ਕਿ ਜਦੋਂ ਗਲੇ ਵਿੱਚ ਜੀਭ ਅੜ ਕੇ ਸਾਹ ਰੋਕ ਲਈਏ, ਇੱਥੇ ਫਿਰ ਸਾਨੂੰ ਚੰਦਰਮਾ ਤੋਂ ਜਿਹੜਾ ਅੰਮ੍ਰਿਤ ਟਪਕਦਾ ਮੱਥੇ ਦੇ ਵਿੱਚ ਅੰਮ੍ਰਿਤ ਟਪਕਦਾ ਗੱਲ ਕਰਦੇ ਨੇ ਜੋਗ ਮਤ ਵਾਲੇ, ਉਹ ਸਾਨੂੰ ਮਿਲ ਜਾਂਦਾ। ਉਹ ਭਾਵੇਂ ਕਿਰਿਆਵਾਂ ਹਨ ਜੋਗ ਮਤ ਦੀਆਂ ਜਿਹੜੇ ਉਹ ਕਰਦੇ ਨੇ, ਜਾਂ ਸਾਧਨ ਹਨ ਜੋਗ ਮਤ ਦੇ, ਜਾਂ ਮੁਦਰਾ ਦੇ 3 ਅਰਥ ਜਿਹੜੇ ਉਹਨਾਂ ਨੇ ਕੀਤੇ ਨੇ। ਜਿਹੜਾ ਤੰਤ ਸ਼ਾਸਤਰ ਹੈਗਾ, ਉਹ ਜਿਹੜਾ ਮੁਦਰਾ ਦੇ ਅਰਥ ਕਰਦਾ ਹੈ, ਉਹ ਕਹਿੰਦਾ ਵੀ ਆਪਣੇ ਆਸਨ ਲਾ ਕੇ ਖੱਬੇ ਹੱਥ ਉੱਪਰ ਸੱਜਾ ਹੱਥ ਲਵੇੜ ਕੇ ਬੈਠਣਾ, ਜਿਹੜਾ ਉਹਨੂੰ ਖੇਚਰੀ ਮੁਦਰਾ ਕਹਿੰਦੇ ਨੇ। ਆਸਨ ਲਾ ਕੇ ਖੱਬੇ ਹੱਥ ਦੇ ਉੱਤੇ ਸੱਜਾ ਹੱਥ ਦਾ ਲਵੇੜ ਲੈਣਾ, ਉਹਨੂੰ ਖੇਚਰੀ ਮੁਦਰਾ ਕਹਿੰਦੇ ਨੇ। ਖੈਰ, ਆਪਣਾ ਇਹ ਬਹੁਤ ਵਾਸਤਾ ਇਹਨਾਂ ਚੀਜ਼ਾਂ ਨਾਲ, ਸਿਰਫ ਜਾਣਕਾਰੀ ਦੇ ਤੌਰ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਜਿਹੜੀ ਗੱਲ ਕੀਤੀ ਹੈ, ਇਹ ਦੱਸਿਆ ਵੀ ਗਿਆਨ। ਪਹਿਲਾ ਸਵਾਲ ਸੀ ਵੀ ਤੁਸੀਂ ਸ੍ਰਿਸ਼ਟੀ ਦਾ ਮੁੱਢ ਕੀ ਵਿਚਾਰ ਦੱਸਦੇ ਹੋ। ਦੂਜਾ ਸੀ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ। ਤੇ ਤੁਸੀਂ ਕਹਿੰਦੇ ਹੋ ਪਰਮਾਤਮਾ ਦੇ ਨਾਲ ਜਿਹੜੀ ਜਾਣ ਪਛਾਣ ਹੈ, ਉਹਦਾ ਗਿਆਨ, ਉਹ ਗਿਆਨ ਦਾ ਸਾਧਨ ਕੀ ਹੈਗਾ, ਉਹਦੀ ਜਾਣ ਪਛਾਣ ਦਾ ਢੰਗ ਕੀ ਹੈ। ਹੁਣ ਇੱਥੇ ਜਿਹੜੇ ਤੁਸੀਂ ਕਹਿੰਦੇ ਨੇ ਮੁੰਦਰਾ ਦੇ ਨਿਸ਼ਾਨੀ, ਮੈਂ ਤਾਂ ਅਰਥ ਕੀਤੇ ਕਿਉਂਕਿ
ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਵੀ ਇਹਦੇ ਅਰਥ ਨਿਸ਼ਾਨੀ ਕੀਤੇ। ਉਹ ਕਹਿੰਦੇ ਨੇ ਜੋਗ ਜਦੋਂ ਜੋਗੀ ਕੋਈ ਧਾਰਨ ਕਰਦਾ ਨਾ, ਜੋਗ ਮਤ ਕੋਈ ਨਵਾਂ ਜੋਗੀ ਬਣਾਉਂਦੇ ਨੇ, ਤੇ ਜੋਗੀਆਂ ਦਾ ਵੱਡਾ ਜੋਗੀ ਜਿਹੜਾ ਹੁੰਦਾ ਹੈ, ਸਭ ਤੋਂ ਪਹਿਲਾ ਕੰਮ ਹੁੰਦਾ ਹੈ ਉਹਦਾ ਕੰਨ ਪਾੜ ਕੇ ਉਹਦੇ ਚ ਮੁੰਦਰਾਂ ਪਾਉਣੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾ ਵੀ ਹੁਣ ਚੇਲਾ ਬਣ ਗਿਆ, ਇਹਨੇ ਜੋਗ ਮਤ ਧਾਰਨ ਕਰ। ਨਿਸ਼ਾਨੀ ਹੈ ਜੋਗ ਦੀ ਮੁੰਦਰਾਂ ਜਿਹੜੀਆਂ। ਇੱਥੇ ਉਹ ਵੀ ਗੁਰੂ ਪਾਤਸ਼ਾਹ ਜੀ ਨੇ ਅਰਥ ਜਿਹੜੇ ਢੁਕਦੇ ਨੇ, ਫਰਕ ਤਾਂ ਬਹੁਤਾ ਨਹੀਂ ਹੈ ਵੀ ਜਿਹੜੀਆਂ ਮੁੰਦਰਾਂ ਪਾਉਂਦੇ ਹੋ ਤੁਸੀਂ, ਕਹਿੰਦੇ ਗਿਆਨ ਦੀਆਂ ਮੁੰਦਰਾਂ ਪਾਣੀਆਂ ਨੇ। ਜੋ ਵੀ ਪਿੱਛੇ ਸੀ ਸਵਾਲ ਸਾਨੂੰ ਜਵਾਬ ਦਿੱਤਾ ਸੀ, ਮੁੰਦਰਾਂ ਗਿਆਨ ਦੀਆਂ ਪਾ। ਹੁਣ ਸਾਨੂੰ ਦੱਸ ਉਹ ਨਿਸ਼ਾਨੀ ਤਾਂ ਹੋਵੇ ਜੋਗ ਦੀ, ਦੱਸੋ ਉਹ ਜਾਣ ਪਛਾਣ ਜਿਹੜੀ ਰੱਬ ਨਾਲ, ਉਹ ਨਿਸ਼ਾਨੀ ਜਿਹੜੀ ਕਿਵੇਂ ਮਿਲੇ ਸਾਨੂੰ, ਕਿਵੇਂ ਪ੍ਰਾਪਤ ਹੋਵੇ? ਸਵਾਲ ਬੜੇ ਟੇਢੇ ਜਿਹੇ। ਸਵਾਲ ਕੇਵਲ ਜੋਗੀਆਂ ਦੇ ਨਹੀਂ ਹਨ, ਅੱਜ ਕੱਲ ਦੇ ਸਾਡੇ ਜਗਿਆਸੂ ਵੀ, ਅਸੀਂ ਵੀ ਇਨਕਲੂਡਿੰਗ ਮਾਈ ਸੈਲਫ, ਮੈਂ ਵੀ ਵਿੱਚੇ ਆ, ਕਈ ਸਵਾਲ ਸਾਡੇ ਮਨਾਂ 'ਚ ਵੀ ਆ ਜਾਂਦੇ ਆ। ਔਰ ਆਮ ਸਿੱਖ ਦੇ ਮਨਾਂ 'ਚ ਤਾਂ ਬਹੁਤ ਹੀ ਸਵਾਲ ਆਉਂਦੇ ਆ। ਜਿਹੜੇ ਅਜੇ ਗੁਰੂ ਦੇ ਮਾਰਗ ਤੇ ਨਵੇਂ ਤੁਰਦੇ ਆ ਤੇ ਥੋੜੀ ਥੋੜੀ ਬਾਣੀ ਪੜ੍ਹਨ ਦੀ ਗੱਲ ਕਰਦੇ, ਉਹ ਸਵਾਲ ਜ਼ਿਆਦਾ ਕਰਦੇ ਆ, ਵਿਚਾਰ ਘੱਟ ਕਰਦੇ ਆ। ਤੇ ਇਹ ਸਵਾਲ ਜਿਹੜੇ ਨੇ ਬਹੁਤ ਜ਼ਿਆਦਾ ਸਵਾਲ, ਡੂੰਘੇ ਗਿਆਨ ਵਾਲੇ ਔਰ ਜੀਵਨ ਦੀਆਂ ਸਿੱਧਾਂ ਬਖਸ਼ਣ ਵਾਲੇ ਸਵਾਲ ਜਿਹੜੇ ਜੋਗੀਆਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਰੱਖੇ। ਫਿਰ ਬੇਨਤੀ ਕਰਾਂ ਕਿ ਗੁਰੂ ਸਾਹਿਬ ਨੇ ਬੜੇ ਛੋਟੇ ਜਵਾਬ ਦਿੱਤੇ। ਕਿਉਂ ਦਿੱਤੇ? ਇਹਦਾ ਵੀ ਇੱਕ ਰਾਜ ਹੈ। ਤੇ ਰਾਜ ਇਹ ਸੀ ਵੀ ਇਹ ਜੋਗੀ ਹੋਰ ਅੱਗੇ ਗੱਲ ਕਰਨ, ਹੋਰ ਆਪਣਾ ਮਤ, ਪਹਿਲਾਂ ਇਹਨਾਂ ਦਾ ਮਤ ਦਾ ਪਾਜ ਖੁੱਲ ਜਾਏ ਵੀ ਜੋਗੀਆਂ ਦਾ ਮਤ ਹੈ ਕੀ, ਅਸਲੀਅਤ ਕੀ ਹੈ ਜੋਗੀਆਂ ਦੀ, ਵੀ ਇਹਨਾਂ ਨੂੰ ਕਿੰਨੀ ਕੁ ਨੌਲੇਜ ਹੈ, ਕਿੰਨਾ ਕੁ ਗਿਆਨ ਹੈ। ਜਦੋਂ ਵੀ ਇਹ ਚਰਚਾ ਦਾ ਢੰਗ ਵੀ ਹੁੰਦਾ ਹੈ ਵੀ ਜਦੋਂ ਕਿਸੇ ਨੂੰ ਉਹਦੇ ਗਿਆਨ ਨੂੰ ਦੇਖਣਾ ਹੋਵੇ ਤਾਂ ਆਪ ਬਹੁਤ ਘੱਟ ਬੋਲਣਾ ਪੈਂਦਾ, ਬਹੁਤ ਘੱਟ ਬੋਲੋ ਤੇ ਅਗਲਾ ਬੋਲੇ। ਉਹਦੇ ਵਿੱਚੋਂ ਕਈ ਗੱਲਾਂ ਉਹਨਾਂ ਦੇ ਆ ਜਿਹੜੇ ਗੁੱਝੇ ਭੇਦ, ਛੁਪਾਏ ਹੋਏ ਭੇਦ ਜਿਹੜੇ ਨੇ, ਉਹ ਵੀ ਨਿਕਲ ਕੇ ਸਾਹਮਣੇ ਆ ਜਾਂਦੇ ਆ। ਜਦੋਂ ਵੀ ਆਪਾਂ ਚਰਚਾ 'ਚ ਬੈਠਦੇ ਹਾਂ, ਖਾਸ ਕਰਕੇ ਆਪਾਂ ਨੂੰ ਜਿਹੜੇ ਚਰਚਾ 'ਚ ਬੈਠਣ ਦਾ ਮੌਕਾ ਮਿਲਦਾ, ਇਹ ਗੱਲਾਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਵੀ ਇਹ ਨਹੀਂ ਵੀ ਮੈਂ ਹੀ ਬੋਲਣਾ ਹੈ, ਹਰ ਵੇਲੇ ਮੈਨੂੰ ਟਾਈਮ ਚਾਹੀਦਾ ਹੈ, ਮੈਂ ਹੀ ਗੱਲ ਕਰਨੀ ਹੈ, ਮੇਰਾ ਗੱਲ ਬਣਨੀ ਚਾਹੀਦੀ ਹੈ। ਸੁਣਨ ਦਾ ਮਾਦਾ ਵੀ ਸਾਡੇ ਅੰਦਰ ਹੋਣਾ ਚਾਹੀਦਾ ਹੈ। ਅਸੀਂ ਸੁਣਦੇ ਕਿੰਨੀ ਗੱਲ ਆ, ਉਹ ਹੱਦ 'ਚ ਹੈ ਨਹੀਂ। ਪਰ ਸਾਡੇ ਅੰਦਰ ਉਹ ਸਹਿਨਸ਼ੀਲਤਾ, ਉਹ ਗੁਣ ਸਾਡੇ 'ਚ ਨਹੀਂ ਹੈ ਵੀ ਅਸੀਂ ਸੁਣਨ ਦਾ ਮਾਦਾ ਰੱਖਦੇ ਹੋਈਏ। ਅਸੀਂ ਸਿਰਫ ਆਪਣੀ ਗੱਲ ਕਹਿਣੀ ਜਾਣਦੇ ਹਾਂ, ਅਸੀਂ ਗੱਲ ਸੁਣਨੀ ਨਹੀਂ ਜਾਣਦੇ, ਜਿਹੜਾ ਧਰਮ ਦੀ ਦੁਨੀਆ ਲਈ ਬੜੀ ਖਤਰਨਾਕ ਚੀਜ਼ ਹੈ, ਅਧਿਆਤਮਿਕਵਾਦ ਲਈ ਬੜੀ ਖਤਰਨਾਕ ਚੀਜ਼ ਹੈ। ਕਿਉਂਕਿ ਗੁਰੂ ਦੀ ਗੱਲ ਕਰਨੀ, ਗੁਰੂ ਦੀ ਗੱਲ ਸੁਣਨੀ, ਇਹ ਦੋਨੇ ਚੀਜ਼ਾਂ ਬੜੀਆਂ ਜ਼ਰੂਰੀ ਨੇ। ਇਹ ਕਹਿਣ ਵਾਲਾ ਵੀ ਪਵਿੱਤਰ ਹੁੰਦਾ, ਸੁਣਨ ਵਾਲਾ ਵੀ ਪਵਿੱਤਰ ਹੁੰਦਾ। ਗੁਰੂ ਪਾਤਸ਼ਾਹ ਨੇ ਬਾਣੀ 'ਚ ਇਹ ਵੀ ਗੱਲ ਸਾਨੂੰ ਸਮਝਾਈ ਹੈ, ਜਿਹਨੂੰ ਆਪਾਂ ਆਨੰਦ ਸਾਹਿਬ ਦੀ ਬਾਣੀ ਰੋਜ਼ ਹੀ ਪੜ੍ਹਦੇ ਹਾਂ। ਖੈਰ, ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਵੀ ਦੇਖੋ, ਗੁਰੂ ਸਾਹਿਬ ਜਵਾਬ ਛੋਟੇ ਤਾਂ ਦਿੰਦੇ ਵੀ ਉਹਨਾਂ ਦੇ ਅੰਦਰ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣ ਲਿਆ ਜਾਏ, ਵੀ ਜੋਗੀ ਚਾਹੁੰਦੇ ਕੀ ਹੈ, ਸਿੱਧ ਚਾਹੁੰਦੇ ਕੀ ਹੈ, ਵੀ ਕਿੰਨੀ ਗੱਲ ਪੁੱਛਣੀ ਚਾਹੁੰਦੇ ਆ, ਕਿੱਦਾਂ ਦੇ ਇਹਨਾਂ ਦੇ ਸਵਾਲ ਹੈ। ਇਹ ਅਗਲੀ ਸਵਾਲ ਆ ਗਿਆ, ਗਿਆਨ ਕੀ ਮੁਦਰਾ ਕਵਨ ਕਥੀਅਲੇ, ਕਿ ਦੱਸੋ ਬਈ, ਤੁਸੀਂ ਦੱਸੋ ਬਾਬਾ ਜੀ, ਤੇ ਗਿਆਨ ਦੀਆਂ ਮੁਦਰਾ ਭਾਵ ਤੁਸੀਂ ਉਹਦਾ ਗਿਆਨ ਜਾਂ ਉਹਦਾ ਜਾਣ ਪਛਾਣ, ਉਹ ਨਿਸ਼ਾਨੀ ਕੀ ਹੈ, ਉਹਦਾ ਸਾਧਨ ਕੀ ਹੈ, ਕਿਵੇਂ ਪਤਾ ਲੱਗੇ ਅੰਦਰ ਗਿਆਨ ਹੋ ਗਿਆ, ਜਾਂ ਕਿਵੇਂ ਪਤਾ ਲੱਗੇ ਸਾਨੂੰ ਅੰਦਰ ਸਮਝ ਆ ਗਈ ਹੈ, ਕਿਵੇਂ ਸੋਝੀ ਆ ਗਈ ਸਾਨੂੰ, ਇਹਦਾ ਸਾਧਨ ਕੀ ਹੈ, ਕਿਵੇਂ ਹੋ ਸਕਦਾ? ਫਿਰ ਅਗਲਾ ਸਵਾਲ ਸੀ, ਘਟ ਘਟ ਕਵਨ ਨਿਵਾਸੋ, ਇਹ ਦੱਸੋ ਹਰੇਕ ਘਟ ਵਿੱਚ ਕਿਹਦਾ ਨਿਵਾਸ ਹੈ, ਹਰ ਥਾਂ ਤੇ ਕੌਣ ਵਸਿਆ ਹੋਇਆ, ਕਿਹੜੀ ਸ਼ਕਤੀ ਹੈ? ਜੇ ਉਹਦਾ ਸਰੀਰ ਹੀ ਕੋਈ ਨਹੀਂ ਤਾਂ ਵਸਿਆ ਕਿਵੇਂ ਹੈ? ਇਹ ਗੱਲਾਂ ਸਾਰੀਆਂ ਜੋਗੀਆਂ ਨੇ ਫਿਰ ਅਗਲਾ ਸਵਾਲ ਕੀਤਾ, ਕਾਲ ਕਾ ਠਿੰਗਾ ਕਿਉਂ ਜਲਾਈ ਅਲੇ, ਕਿਉਂ ਨਿਰਭਉ ਕਰ ਜਾਈਐ। ਵੀ ਕਾਲ ਦਾ ਠਿੰਗਾ ਦਾ ਮਤਲਬ ਹੁੰਦਾ, ਠਿੰਗਾ ਦਾ ਹੁੰਦਾ ਚੋਟ ਵੱਜਣੀ, ਸੱਟ ਵੱਜਣੀ। ਇਹ ਕਹਿ ਲਓ ਵੀ ਕਾਲ ਦਾ ਜਿਹੜੀ ਸੱਟ ਹੈ ਕਿੱਦਾਂ ਖਤਮ ਕੀਤੀ ਜਾ ਸਕੇ, ਉਹਦਾ ਜਿਹੜਾ ਡਰ ਹੈ ਕਿਵੇਂ ਮੁਕਾਇਆ ਜਾ ਸਕੇ। ਕਿ ਕਾਲ ਦੀ ਮੌਤ, ਕਾਲ ਦਾ ਅਰਥ ਮੌਤ ਹੈ, ਮੌਤ ਦਾ ਡਰ ਕਿਵੇਂ ਮੁਕਾਇਆ ਜਾਏ। ਇਨਸਾਨ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਹੈ, ਜਰਾ ਖਿਆਲ ਕਰੇ। ਇਨਸਾਨ ਮੌਤ ਤੋਂ ਬਹੁਤ ਡਰਦਾ ਹੈ। ਗੁਰੂ ਸਾਹਿਬ ਜੀ ਨੇ ਮੌਤ ਤੋਂ ਡਰਨਾ ਦੱਸਿਆ ਨਹੀਂ। ਗੁਰਮਤਿ ਦਾ ਮਾਰਗ ਹੋਰ ਹੈ, ਸੰਸਾਰ ਦਾ ਮਾਰਗ ਜਿਹੜਾ ਹੋਰ ਹੈ। ਜਦ ਦੇਖੋ ਖਿਆਲ ਕਰਕੇ, ਅਸਲ ਵਿੱਚ ਸਾਡੀ ਕਮਜ਼ੋਰੀ, ਸਾਡੀ ਬੁਜ਼ਦਲੀ ਜਿਹੜੀ ਹੈ, ਉਹ ਸਾਨੂੰ ਕਮਜ਼ੋਰ ਕਰ ਦਿੰਦੀ ਹੈ। ਉਹ ਸਾਡੇ ਅੰਦਰ ਡਰ ਪੈਦਾ ਕਰਦੀ ਹੈ। ਸਾਡੇ ਔਗਣ, ਸਾਡੇ ਗੁਨਾਹ, ਸਾਡੇ ਪਾਪ, ਸਾਡੇ ਕੀਤੇ ਹੋਏ ਭੈੜੇ ਕਰਮ, ਉਹ ਸਾਨੂੰ ਡਰਨ ਤੇ ਮਜਬੂਰ ਕਰਦੇ ਆ। ਉਹ ਸਾਨੂੰ ਡਰਨ ਤੇ ਮਜਬੂਰ ਕਰਦੇ ਆ। ਭਾਵ ਅਸੀਂ ਡਰਦੇ ਕਿਉਂ? ਇਸੇ ਕਰਕੇ ਡਰਦੇ ਆ। ਗੁਰੂ ਸਾਹਿਬ ਜੀ ਨੇ ਜਿਹਦਾ ਸਵਾਲ ਕੀਤਾ ਜੋਗੀਆਂ ਨੇ, ਵੀ ਦੱਸੋ ਇਹ ਮੌਤ ਦਾ ਡਰ ਜਿਹੜਾ ਹੈ ਇਹ ਕਿਵੇਂ ਹੋਵੇ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਾਰੇ ਸਵਾਲਾਂ ਦਾ ਜਵਾਬ ਸਮਝਣ ਲਈ
ਜਿੰਨੇ ਸਵਾਲ ਜੋਗੀ ਕਰਦੇ ਆ। ਤਾਂ ਇਹ ਰਚਨਹਾਰ ਕੌਣ ਹੈ, ਰਚਨਹਾਰ ਦੀ ਰਚਨਾ ਕਿਹੋ ਜਿਹੀ ਹੈ, ਰਚਨਹਾਰ ਨੂੰ ਦੇਖਣਾ, ਫਿਰ ਰਚਨਹਾਰ ਨੂੰ ਦੇਖਣਾ ਵੀ ਜ਼ਰੂਰੀ ਹੈ। ਜਿਹਨੇ ਦੇਖਿਆ ਨਹੀਂ ਉਹ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕਦਾ, ਜਿਹੜਾ ਮਿਲਿਆ ਨਹੀਂ ਉਹ ਜਵਾਬ ਵੀ ਨਹੀਂ ਸੀ ਦੇ ਸਕਦਾ। ਤਾਂ ਰਚਨਹਾਰੇ ਨੂੰ ਮਿਲਣ ਵਾਲਾ ਹੀ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦਾ ਸੀ। ਫਿਰ ਰਚਨਹਾਰੇ ਦੀ ਰਚਨਾ ਦੇਖਣੀ ਵੀ ਬੜੀ ਜ਼ਰੂਰੀ ਹੈ। ਭਾਵ ਕੁਦਰਤ ਤੇ ਕਾਦਰ ਦੋ ਚੀਜ਼ਾਂ ਨੇ। ਪਹਿਲਾਂ ਉਹਦੀ ਕੁਦਰਤ ਨੂੰ ਦੇਖਣਾ ਵੀ ਜ਼ਰੂਰੀ ਹੈ, ਫਿਰ ਉਹ ਰਚਨਹਾਰ ਬਣਾਉਣ ਵਾਲਾ ਕਾਦਰ ਜਿਹੜਾ ਉਹਨੂੰ ਦੇਖਣਾ ਵੀ ਜ਼ਰੂਰੀ ਹੈ, ਜੇ ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਹੈ। ਤੇ ਗੁਰੂ ਸਾਹਿਬ ਜੀ ਦੇ ਅੱਗੇ ਸਵਾਲ ਕਰ ਦਿੱਤਾ ਵੀ ਇਹ ਮੌਤ, ਅਸਲੋ ਜੀ ਜਗਤ ਹੈ ਮੌਤ ਦਾ ਮੰਡਲ ਹੀ। ਇਹ ਤਾਂ ਸਾਨੂੰ ਗੁਰਬਾਣੀ ਨੇ ਬਾਰ-ਬਾਰ ਗੱਲ ਕੀਤੀ ਹੈ। ਹਰ ਬੰਦਾ ਡਰਦਾ ਹੈ, ਹਾਏ ਮੇਰੀ ਮੌਤ ਆ ਜਾਣੀ ਹੈ, ਮੌਤ ਆ ਜਾਣੀ ਹੈ। ਛੋਟੀ ਜੀ ਕਹਾਣੀ ਜਿਹੜੀ ਆਮ ਆਉਂਦੀ ਹੈ, ਕਿਸੇ ਨੂੰ ਕਹਿ ਦਿੱਤਾ ਰਾਜਾ ਵੀ ਤੇਰੀ ਮੌਤ 7 ਦਿਨਾਂ 'ਚ ਹੋ ਜਾਣੀ ਹੈ, ਤੇ ਉਹਨੇ ਇਹ ਗੱਲ ਕੀਤੀ ਵੀ 7 ਦਿਨਾਂ 'ਚ ਹੀ ਮਰ ਜਾਗਾ। ਹਾਂ, ਕਹਿੰਦਾ ਉਹਨੇ ਸਾਰਾ ਕੁਝ ਘਰ ਆ ਕੇ ਤਿਆਗ ਦਿੱਤਾ, ਨਾ ਰੋਟੀ, ਨਾ ਖਾਣਾ, ਨਾ ਪੀਣਾ, ਨਾ ਨੀਂਦ। ਉਹ ਕਹਿੰਦਾ 7 ਦਿਨ ਹੀ ਰੱਬ ਨੂੰ ਯਾਦ ਕਰ ਲਿਆ ਜਿਹੜਾ ਕਰਨਾ। ਤੇ 7 ਦਿਨ ਲੰਘ ਗਏ, ਉਹਦੀ ਮੌਤ ਹੋਈ ਕੋਈ ਨਾ। ਉਹਨੇ ਫਿਰ ਉਹਨੂੰ ਸੱਦ ਲਿਆ ਤੇ ਦੱਸੋ ਬਾਬਾ ਜੀ ਹੁਣ ਮਰਿਆ ਨਹੀਂ? ਕਹਿੰਦੇ ਮਰੇਗਾ ਤਾਂ 7 ਦਿਨਾਂ 'ਚ ਹੀ, 8ਵਾਂ ਦਿਨ ਤਾਂ ਹੈ ਹੀ ਨਹੀਂ। 7 ਦਿਨ ਜਿਹੜੇ ਦੁਬਾਰਾ ਦੀ ਗੱਲ ਕੀਤੀ ਸੀ, ਹੁਣ ਤੈਨੂੰ ਭੁਲੇਖਾ, ਤੂੰ ਯਾਦ ਨਹੀਂ ਸੀ ਕਰਦਾ, ਹੁਣ ਤੈਨੂੰ ਯਾਦ ਆ ਗਿਆ। ਬਾਕੀ ਵਾਹਿਗੁਰੂ ਤੇ ਤੈਨੂੰ ਪਰਮੇਸ਼ਰ ਦੀ ਯਾਦ ਆ ਗਈ। ਗੱਲ ਸਾਨੂੰ ਮੌਤ ਦਾ ਡਰ ਸਾਨੂੰ ਯਾਦ ਵੀ ਕਰਨ ਦੀ ਗੱਲ ਕਰਦਾ, ਪਰ ਅਸੀਂ ਮੌਤ ਦੇ ਡਰ ਤੋਂ ਜਦ ਉਹਨੂੰ ਯਾਦ ਨਹੀਂ ਕਰਦੇ, ਅਸੀਂ ਮੌਤ ਦੇ ਡਰ ਤੋਂ ਸਹਿਮੇ ਹੋਏ ਹਾਂ। ਮੌਤ ਦੇ ਡਰ ਤੋਂ ਅਸੀਂ ਬਹੁਤ ਡਰੇ ਹੋਏ ਹਾਂ, ਸਹਿਮੇ ਹੋਏ ਹਾਂ ਵੀ ਹਾਏ ਮੌਤ ਆ ਜਾਏਗੀ, ਮੌਤ ਆ ਜਾਏਗੀ। ਦੇਖੋ ਸਕੂਲ 'ਚ ਆਪਾਂ ਜਾਂਦੇ ਹਾਂ, ਛੋਟੇ ਹੁੰਦੇ ਜਦੋਂ ਸਕੂਲ 'ਚ ਹੁੰਦਾ ਸੀ ਨਾ ਵੀ ਕਿਸੇ ਦਿਨ ਸਕੂਲ ਦਾ ਕੰਮ ਨਹੀਂ ਕੀਤਾ, ਫਿਰ ਬਹਾਨਾ ਲੱਭਦੇ ਸੀ ਵੀ ਅੱਜ ਸਕੂਲ ਨਾ ਜਾਈਏ, ਅੱਜ ਕੁੱਟ ਪੈਣੀ ਹੈ, ਮਾਰ ਪਏਗੀ, ਫੱਟੀਆਂ ਹੱਥਾਂ ਤੇ ਲੱਗਣਗੀਆਂ, ਡੰਡੇ ਪੈਣਗੇ। ਉਦੋਂ ਆਹ ਰਿਵਾਜ ਤਾਂ ਹੈ ਨਹੀਂ ਸੀ, ਮਾਰਨਾ ਨਹੀਂ ਜਾਂ ਇਹ ਰੂਲ ਤਾਂ ਹੈ ਹੀ ਨਹੀਂ ਸੀ। ਉਹ ਤਾਂ ਕੁੱਟ ਪੈਂਦੀ ਹੀ ਪੈਂਦੀ ਸੀ। ਫਿਰ ਬਹਾਨਾ ਲੱਭਦੇ ਜੀ ਅੱਜ ਘਰਦਿਆਂ ਨੂੰ, ਜੀ ਮੇਰੇ ਪੇਟ ਦਰਦ ਹੋ ਰਹੀ ਹੈ, ਮੇਰੇ ਸਿਰ ਦਰਦ ਹੁੰਦੀ ਹੈ, ਮੇਰਾ ਦਿਲ ਨਹੀਂ। ਅਖੀਰ ਕਰਦੇ ਕਰਦੇ ਬੰਦਾ ਬਹਾਨੇ ਢੂੰਡਦਾ ਹੀ ਰਹਿੰਦਾ ਸੀ। ਢੂੰਡਦਾ ਕਿਉਂ ਸੀ ਬਹਾਨਾ? ਕਿਉਂਕਿ ਉਹਨੇ ਆਪਣਾ ਹੋਮਵਰਕ ਨਹੀਂ ਸੀ ਕੀਤਾ। ਡਰ ਕਿਉਂ ਸੀ? ਕਿ ਹੋਮਵਰਕ ਨਹੀਂ, ਜਿਹਨੇ ਹੋਮਵਰਕ ਕਰ ਲਿਆ ਉਹਨੂੰ ਕੀ ਡਰ ਸੀ? ਉਹ ਡਰਦਾ ਕੋਈ ਸਕੂਲ ਜਾਣ ਤੋਂ? ਉਹ ਤਾਂ ਟੀਚਰ ਨੂੰ ਜਾ ਕੇ ਏਦਾਂ ਆਪਣੀ ਕਾਪੀ ਦਿਖਾਉਂਦਾ, ਆਪਣੀ ਫੱਟੀ ਦਿਖਾਉਂਦਾ ਸੀ, ਲੋ ਜੀ ਮੈਂ ਲਿਖ ਲਿਆ ਆ, ਮੈਂ ਕੰਮ ਕੀਤਾ ਹੋਇਆ। ਉਹ ਕੋਈ ਡਰਦਾ? ਉਹ ਤਾਂ ਡਰਦਾ ਹੀ ਨਹੀਂ। ਡਰਦਾ ਉਹ ਸੀ ਜਿਹਨੇ ਆਪਣਾ ਹੋਮਵਰਕ ਨਹੀਂ ਕੀਤਾ। ਉਹ ਮੌਤ ਦਾ ਡਰ ਇਸ ਕਰਕੇ ਹੈ ਵੀ ਅਸੀਂ ਹੋਮਵਰਕ ਨਹੀਂ ਕਰਦੇ। ਜਿਹੜਾ ਹੋਮਵਰਕ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਸੀਗਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ ਸਰੰਜਾਮ ਲਾਗ, ਭਵਜਲ ਤਰਨ ਕਹਿ, ਜਨ ਬ੍ਰਿਥਾ ਜਾਤ ਰੰਗ ਮਾਇਆ ਕੇ। ਇਹ ਕੰਮ ਅਸੀਂ ਕੀਤਾ ਨਹੀਂ। ਗੁਰੂ ਸਾਹਿਬ ਨੇ ਤਾਂ ਵਾਰਨਿੰਗ ਵੀ ਦੇ ਦਿੱਤੀ, ਫਿਰ ਡਰ ਵੀ ਬਹੁਤ ਹੈ। ਇਹ ਤਾਂ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਮੌਤ ਤੋਂ ਡਰਦੇ ਕਿਉਂ ਆ। ਗੁਰੂ ਸਾਹਿਬ ਜੀ ਤਾਂ ਕਹਿੰਦੇ ਅੰਮ੍ਰਿਤ ਮੰਡਲ ਦਾ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬੇਸਤ ਬਾਰ ਨਾ ਲਾਗੀ, ਜਿਉਂ ਕਾਗਦ ਬੰਧਾਰ, ਸੁਨ ਮੇਰੀ ਮਨਸਾ ਮਨੇ ਮਾਹੇ, ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾ, जैसे सुपना रहने का तैसा संसार, दृष्टमान सब इनसे है। ये तो सब नाशवान है, पता ही है नाशवान है। जो दिसदा सारा है, जो कुदरत है नाशवान है। कादर दी कुदरती है ना। आज जो कुछ आप देखते हैं, बिलावल राग च गुरु साहब का बचन सीगा, मिरत मंडल जग साजिया। फिर असीं कहने मिरत हसे सिर ऊपरे, पशुआ नहीं बूझे, बाद साथ अहंकार में मरना नहीं सूझे। सतगुरु कहते कर की सतगुरु सेवो अपना, काहे फिरो अभागे, देख सुंभा रंगला, काहे भूल लागे। कर कर पाप धर्म किया, वर्तन कै ताई, माटी स्यों माटी रली नांगा उठ जाई, जाके किए श्रम करे ते बैर विरोधी, अंत काल भज जाएंगे काहो चलो क्रोधी। दास रेन सोई हुआ जिस मस्तक कर्मा, कहो नानक बंधन छुटे सतगुर की शरणा। ये बचन गुरु पातशाह बिलावल राग विच है। ਇਹ ਤਾਂ ਹੋਣਾ ਹੀ ਹੈ। ਸਾਡੀ ਜ਼ਿੰਦਗੀ ਤਾਂ ਇਦਾਂ ਦੀ ਹੈ। ਭਗਤ ਜੀ ਨੇ ਬੜੀ ਵਧੀਆ ਉਦਾਹਰਨ ਦਿੱਤੀ ਹੈ। ਕਹਿੰਦੇ ਇੱਕ ਚਿੜਾ ਪਿੰਜਰੇ 'ਚ ਬੰਦ ਹੈ ਤੇ ਪਿੰਜਰੇ 'ਚ ਉਹਦੇ ਪਾਣੀ ਦਾ ਪਿਆਲਾ ਉਹਦੇ ਅੱਗੇ ਰੱਖਿਆ ਹੋਇਆ ਹੈ, ਉਹਦੇ ਅੱਗੇ ਅਨਾਜ ਵੀ ਰੱਖਿਆ ਹੋਇਆ, ਮੌਜਾਂ ਮਾਣਦਾ, ਖਾਣਾ ਖਾਂਦਾ, ਕਿਸੇ ਗੱਲ ਦੀ ਕੋਈ ਚਿੰਤਾ ਹੀ ਨਹੀਂ। ਲੋ ਮੈਨੂੰ ਹੁਣ ਡਰ ਕੇ ਕਹਿੰਦਾ ਪਿੰਜਰੇ 'ਚ ਬੰਦ ਆ, ਨਾ ਕੋਈ ਖਤਰਾ, ਨਾ ਇੱਥੇ ਕੋਈ ਡਰ, ਭੋਜਨ ਵੀ ਮਿਲ ਰਿਹਾ, ਪਾਣੀ ਵੀ ਮਿਲ ਰਿਹਾ। ਤੇ ਅਖੀਰ ਕਹਿੰਦੇ ਹੁੰਦਾ ਕੀ ਅਕਸਰ ਇੱਕ ਬਿੱਲੀ ਆਉਂਦੀ ਹੈ, ਉਹ
ਜ਼ੋਰ ਦੀ ਝਪਟਾ ਮਾਰਦੀ ਹੈ, ਪਿੰਜਰੇ ਦੇ ਵਿੱਚੋਂ ਹੀ ਚਿੜੇ ਨੂੰ ਖਿੱਚ ਕੇ ਉਹਦੀ ਜਿੰਦ ਕੱਢ ਦਿੰਦੀ ਹੈ। ਬਸ ਇਹੋ ਹੀ ਹਾਲ ਮਨੁੱਖ ਦਾ ਹੈ। ਡਰ ਇਸੇ ਵਾਸਤੇ ਹੈ ਵੀ ਅਸੀਂ ਉਹ ਪਏ ਹੋਏ ਚੁਗੇ ਤੇ ਪਏ ਹੋਏ ਪਾਣੀ ਨੂੰ ਦੇਖ ਕੇ ਹੀ ਪਰਮੇਸ਼ਰ ਭੁਲਾ ਦਿੱਤਾ। ਮੌਤ ਦਾ ਠਿੰਗਾ ਤਾਂ ਹੀ ਲੱਗਦਾ ਸਾਨੂੰ, ਡਰ ਵੀ ਤਾਂ ਹੀ ਲੱਗਦਾ। ਅਸਲ 'ਚ ਦੇਖੋ ਕਹਾਣੀ ਕੀ ਹੈਗੀ ਹੈ, ਜਦੋਂ ਤੋਂ ਇਹ ਜੀਵਨ ਬਣਿਆ ਨਾ, ਹਾਲਾਂਕਿ ਜੀਵਨ ਕਾਲ ਦੀ ਮੁੱਠੀ ਵਿੱਚ ਹੈ, ਜੀਵਨ ਕਾਲ ਦੀ ਮੌਤ ਦੀ ਮੁੱਠੀ ਵਿੱਚ ਹੈ, ਪਰ ਜਗਤ ਉਦੋਂ ਤੋਂ ਡਰੀ ਵੀ ਜਾਂਦਾ। ਜੋਗੀ ਵੀ ਡਰਦੇ ਸੀ ਦੁਨੀਆ ਇਸ ਮੌਤ ਦੇ ਕੋਲ, ਤਾਂ ਇਹੋ ਜਿਹਾ ਸਵਾਲ ਪੁੱਛਦੇ ਆ। ਜੋ ਡਰਦੇ ਨਾ ਹੁੰਦੇ ਸਵਾਲ ਵੀ ਨਾ ਪੁੱਛਦੇ। ਉਹਨਾਂ ਨੇ ਸਵਾਲ ਵੀ ਇਹੋ ਤਾਂ ਹੀ ਪੁੱਛੇ ਵੀ ਉਹ ਡਰਦੇ ਸਨ, ਤੇ ਇਸ ਕਰਕੇ ਡਰਦੇ ਸਨ ਤੇ ਉਹਨਾਂ ਨੇ ਸਵਾਲ ਇਹੋ ਜਿਹਾ ਕਰਤਾ। ਫਿਰ ਗੁਰੂ ਪਾਤਸ਼ਾਹ ਕਹਿਣ ਲੱਗੇ ਦੇਖੋ ਵੀ ਇਹਦੇ ਧੱਕੇ ਨੂੰ ਕਿੱਦਾਂ ਖਤਮ ਕਰੀਏ, ਇਹਦੀ ਸੱਟ ਨੂੰ, ਜੋਗੀਆਂ ਨੇ ਕਿਹਾ ਇਹਦੀ ਸੱਟ ਕਿਵੇਂ ਖਤਮ ਕਰੀਏ, ਇਹਦੀ ਮੌਤ ਦਾ ਡਰ ਕਿਵੇਂ ਅੰਦਰੋਂ ਮਿਟਾਈਏ। ਤੇ ਦੇਖੋ ਆਮ ਤੌਰ ਤੇ ਹੁੰਦਾ, ਸਾਨੂੰ ਗੱਡੀ ਚਲਾਉਂਦੇ ਆ, ਗੱਡੀ ਚਲਾਉਣ ਦੇ ਵੇਲੇ ਐਕਸੀਡੈਂਟ ਦਾ ਡਰ ਨਹੀਂ ਹੁੰਦਾ, ਸਾਨੂੰ ਐਕਸੀਡੈਂਟ ਵਿੱਚ ਆਉਣ ਵਾਲੀ ਮੌਤ ਦਾ ਡਰ ਹੁੰਦਾ। ਬਿਮਾਰੀ ਦਾ ਡਰ ਨਹੀਂ ਹੁੰਦਾ, ਬਿਮਾਰੀ ਦੇ ਪਿੱਛੇ ਛੁਪੀ ਹੋਈ ਮੌਤ ਦਾ ਡਰ ਹੁੰਦਾ। ਤਾਂ ਡਰ ਲੱਗਦਾ ਨਾ ਐਕਸੀਡੈਂਟ ਨਾ ਹੋ ਜਾਏ, ਤਾਂ ਹੀ ਡਰਦਾ ਸਾਨੂੰ ਕਿਤੇ ਬਿਮਾਰੀ ਨਾ ਆ ਜਾਏ। ਆ ਕਰੋਨਾ ਆਇਆ ਹੋਇਆ, ਵਾਇਰਸ ਆਇਆ ਹੋਇਆ, ਦੇਖੋ ਕਿੱਦਾਂ ਸਾਡੀ ਵਕਤ ਪਿਆ, ਸਭ ਘਰਾਂ 'ਚ ਵੜੇ ਪਏ ਆ। ਇਸੇ ਕਰਕੇ ਵੜਨਾ ਚਾਹੀਦਾ ਵੀ ਹੈ, ਮੈਂ ਨਹੀਂ ਕਹਿ ਰਿਹਾ ਬਾਹਰ ਨਿਕਲ ਕੇ ਭੱਜਣਾ ਚਾਹੀਦਾ, ਵੜਨਾ ਚਾਹੀਦਾ ਵੀ ਹੈ, ਕਿਉਂਕਿ ਡਰ ਹੈ ਜੇ ਬਿਮਾਰੀ ਆਏਗੀ, ਬਿਮਾਰੀ ਪਿੱਛੇ ਮੌਤ ਛੁਪੀ ਹੈ। ਦੇਸ਼ ਡਰ ਗਏ, ਦੁਨੀਆ ਡਰ ਗਈ ਇਸ ਗੱਲ ਦੇ ਉੱਤੋਂ ਵੀ ਬਿਮਾਰੀਆਂ ਦੇ ਪਿੱਛੇ ਮੌਤ ਛੁਪੀ ਹੈ, ਛੁਪੀ ਵੀ ਹੋਈ ਹੈ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੋਜ਼ ਅਜੇ ਵੀ ਮਰ ਰਹੇ ਨੇ, ਕਿਉਂਕਿ ਬਿਮਾਰੀ ਹੋ ਜਾਂਦੀ ਹੈ। ਤੇ ਇਹ ਬਿਮਾਰੀ ਜਿਹੜੀ ਹੈ ਡਰ ਹੈ ਮੌਤ ਦਾ, ਜਿਹੜਾ ਅਸਲ 'ਚ ਸਾਨੂੰ ਉਹਦੇ ਤੋਂ ਪਰਮੇਸ਼ਰ ਦੇ ਜਿਹੜੀ ਜੋਗੀਆਂ ਨੇ ਸਵਾਲ ਕੀਤਾ, ਮਹਾਰਾਜ ਜੀ ਉਹ ਇਹ ਦੱਸੋ ਵੀ ਇਹ ਡਰ ਜਿਹੜਾ ਸਾਡੇ ਅੰਦਰੋਂ ਕਿਵੇਂ ਮੁੱਕੇ। ਗੁਰੂ ਪਾਤਸ਼ਾਹ ਜੀ ਨੇ ਫਿਰ ਅੱਗੇ ਜਵਾਬ ਜਿਹੜਾ ਦੇਣਾ ਹੈ ਉਹ ਅੱਗੇ ਜਾ ਕੇ ਦਿੱਤਾ। ਖੈਰ ਆਪਾਂ ਫਿਰ ਗੱਲ ਕਰ ਲਈਏ। ਕਹਿੰਦੇ ਨੇ ਹੋ ਮੈਂ ਵਿੱਚੋਂ ਖੋਵੇ, ਦੂਜਾ ਮਿਟੇ ਇੱਕੋ ਹੋਵੇ। ਅੰਦਰੋਂ ਪਹਿਲਾਂ ਆਪਣੇ ਆਪ ਦੀ ਭਾਵਨਾ ਖਤਮ ਕਰੇ, ਮੈਂ ਮੇਰੀ ਖਤਮ ਕਰ ਦੇਵੇ। ਜਗ ਕਰੜਾ ਮਨ ਮੁ ਗਵਾਰ, ਸ਼ਬਦ ਕਮਾਈਏ ਖਾਈਏ ਸਾਰ। ਜਿਹੜਾ ਗੁਰੂ ਪਾਤਸ਼ਾਹ ਦਾ ਜਵਾਬ ਹੈ ਕਮਾਲ ਦਾ। ਗੁਰੂ ਸਾਹਿਬ ਜੀ ਜਵਾਬ ਵੀ ਬੜੇ ਕਮਾਲ ਦੇ ਦਿੰਦੇ ਨੇ। ਫਿਰ ਕਹਿੰਦੇ ਨੇ ਇਹ ਸਾਡੇ ਅੰਦਰ ਜਿਹੜੀ ਬਣਿਆ ਹੈ ਮੌਤ, ਆ ਮੇਰੀ ਹੈ, ਸਾਨੂੰ ਮੌਤ ਦੇ ਥਰੂ ਛੁੱਟਦੀ ਹੈ। ਖੈਰ ਜੋਗੀਆਂ ਦਾ ਸਵਾਲ ਸੀ, ਕਹਿੰਦੇ ਕਾਲ ਕਾ ਠਿੰਗਾ ਕਿਉਂ ਜਲਾਈ ਅਲੇ, ਕਿਉਂ ਨਿਰਭਉ ਕਰ ਜਾਈਐ। ਗੁਰੂ ਸਾਹਿਬ ਜੀ ਦੱਸੋ ਨਿਰਭੈਤਾ ਦਰਜੇ ਤੇ ਕਿਵੇਂ ਆਪਣੀਦਾ ਹੈ, ਨਿਰਭਉ ਕਿਵੇਂ ਹੋਈਦਾ ਹੈ। ਜੇ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਾਂ ਰਾਜ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਨਿਰਭਉ ਸੰਗ ਤੁਮਾਰੇ ਬਸਤਾ, ਇਹ ਡਰਨ ਕਹਾਂ ਤੇ ਆਇਆ। ਜਦੋਂ ਨਿਰਭਉ ਨਾਲ ਹੋ ਜਾਂਦਾ ਨਾ, ਫਿਰ ਇਹ ਮੌਤ ਦਾ ਭੈ ਵੀ ਮੁੱਕ ਜਾਂਦਾ ਹੈ। ਤੇ ਇਸ ਮੌਤ ਦੇ ਭੈ ਤੋਂ ਹਟ ਕੇ ਨਿਰਭਉ ਦੇ ਦਰਜੇ ਤੇ ਕਿਵੇਂ ਆਪਣੀਦਾ ਹੈ, ਇਹ ਉਹਨਾਂ ਦਾ ਸਵਾਲ ਸੀ। ਨਿਰਭਉ ਕਰ ਕਿਉਂ ਨਿਰਭਉ ਕਰ ਜਾਈਐ, ਸਹਿਜ ਸੰਤੋਖ ਕਾ ਆਸਣ ਜਾਣੇ, ਕਿਉਂ ਛੇਦੇ ਬਹਿਰਾਈਐ। ਛੇਦੇ ਦਾ ਅਰਥ ਹੁੰਦਾ ਤੋੜਨਾ, ਛੇਦ ਕਰਨਾ। ਛੇਦ ਦਾ ਅਰਥ ਹੈ ਤੋੜਨਾ, ਟੁੱਟੇ ਟੁੱਟੇ ਕਰ ਦੇਣਾ। ਹੁਣ ਅਗਲਾ ਸਵਾਲ ਸੀ ਵੀ ਸਹਿਜ ਤੇ ਸੰਤੋਖ ਦਾ ਆਸਣ ਜਿਹੜਾ ਹੈ ਉਹ ਕਿਵੇਂ ਪਛਾਣਿਆ ਜਾਵੇ, ਤੇ ਕਿਵੇਂ ਬੁਰਾਈਆਂ ਨੂੰ, ਜਿਹੜੀਆਂ ਅੰਦਰ ਦੀਆਂ ਬੁਰਾਈਆਂ ਨੇ, ਉਹਨਾਂ ਨੂੰ ਕਿਵੇਂ ਅਸੀਂ ਤੋੜ ਸਕਦੇ ਹਾਂ, ਕਿਵੇਂ ਉਹਨਾਂ ਨੂੰ ਖਤਮ ਕਰ ਸਕਦੇ ਹਾਂ। ਅੰਦਰਲੇ ਕਿਹੜੀ ਸੱਟ ਹੈ, ਕਿਹੜਾ ਦਾਰੂ ਹੈ, ਕਿਹੜੀ ਦਵਾਈ ਹੈ, ਕਿਹੜੀ ਸੱਟ ਮਾਰੀਏ ਕਿ ਅੰਦਰ ਦੀਆਂ ਬੁਰਾਈਆਂ ਦੂਰ ਹੋ ਜਾਣ। ਕਿਹੜਾ ਐਸਾ ਤਰੀਕਾ ਹੈ, ਸਾਨੂੰ ਦੱਸੋ ਗੁਰੂ ਸਾਹਿਬ ਜੀ। ਅਸੀਂ ਚਾਹੁੰਦੇ ਹਾਂ ਇੱਥੇ ਪਹੁੰਚਣਾ, ਸਾਨੂੰ ਸਾਡੇ ਅੰਦਰ ਖਾਸ਼ ਹੈ, ਸਾਨੂੰ ਦੱਸੋ ਵੀ ਉੱਥੇ ਆਪਾਂ ਕਿਵੇਂ ਪਹੁੰਚ ਸਕਦੇ ਹਾਂ, ਕਿਵੇਂ ਉੱਥੇ ਜਾਈਏ। ਗੁਰੂ ਸਾਹਿਬ ਜੀ ਨੇ ਅਗਲਾ ਫਿਰ ਜਵਾਬ ਦਿੱਤਾ। ਸੱਚੇ ਪਾਤਸ਼ਾਹ ਦਾ ਹੁਣ ਜਵਾਬ ਕੀ ਹੈ। ਗੁਰ ਕੈ ਸ਼ਬਦ ਹਉਮੈ ਬਿਖ ਮਾਰੇ, ਨਿਜ ਕਰ ਹੋਵੈ ਵਾਸੋ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਂ ਕਾ ਦਾਸੋ। ਲੋ ਜੀ, ਗੁਰੂ ਪਾਤਸ਼ਾਹ ਦੇ ਕਮਾਲ ਦਾ ਉੱਤਰ ਦਿੱਤਾ। ਜਿਹਨੂੰ ਹੈਗਾ ਜਿਸ ਪ੍ਰਭੂ ਨੇ, ਜਿੰਦੇ ਨੰਨੇ ਨੂੰ ਸਿਆਰੀ ਹੈ। ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ।
ਗੁਰੂ ਦੇ ਸ਼ਬਦ ਵਿੱਚ ਜੁੜ ਕੇ। ਹਉਮੈ ਮਾਰੇ, ਹਉਮੈ ਦਾ ਜ਼ਹਿਰ ਖਤਮ ਕਰ ਲਵੇ। ਬਿਖ ਦਾ ਅਰਥ ਹੈ ਜ਼ਹਿਰ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਜਿਹੜਾ ਹੋ ਮੈਂ ਵਿੱਚੋਂ ਖੋਵੇ, ਗੁਰੂ ਦੇ ਸ਼ਬਦ ਦੀ ਕਮਾਈ ਨਾਲ ਹੋਣਾ ਹੈ। ਗੁਰੂ ਸ਼ਬਦ ਦੀ ਕਮਾਈ ਤੋਂ ਬਿਨਾਂ ਹੋ ਮੈਂ ਖਤਮ ਹੋ ਨਹੀਂ ਸਕਦੀ। ਬੰਦਾ ਇਤਨ ਛੇਤੀ ਮਾਰਦਾ ਵੀ ਨਹੀਂ, ਮਰਦੀ ਵੀ ਨਹੀਂ। ਤੋ ਸਾਡੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਗੁਰ ਕੈ ਸ਼ਬਦ ਹਉਮੈ ਬਿਖ ਮਾਰੇ, ਤਾਂ ਨਿਜ ਕਰ ਹੋਵੇ ਵਾਸੋ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੇ, ਨਾਨਕ ਤਾਂ ਕਾ ਦਾਸੋ। ਵੀ ਜਿਸ ਮਨੁੱਖ ਨੇ ਪ੍ਰਭੂ ਨੇ ਰਚਨਾ ਕੀਤੀ ਹੈ, ਜਿਸ ਪਰਮੇਸ਼ਰ ਨੇ ਰਚਨਾ ਕੀਤੀ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਦੋਂ ਮਨੁੱਖ ਉਹਨੂੰ ਪਛਾਣ ਲੈਂਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਉਦੋਂ ਉਹਦੇ ਅੰਦਰ ਸ਼ਬਦ ਜਿਹੜਾ ਕਮਾਲ, ਸ਼ਬਦ ਕਮਾਈ ਕਰ ਲਵੇ, ਸ਼ਬਦ ਦੇ ਨਾਲ ਜੁੜ ਜਾਵੇ, ਤਾਂ ਉਦੋਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੱਲ ਬਣ ਜਾਂਦੀ ਹੈ। ਨਾਨਕ ਉਹਦਾ ਦਾਸ ਹੈ, ਇਹ ਤਾਂ ਜਿਹਨੇ ਗੁਰੂ ਸ਼ਬਦ ਕਮਾਇਆ, ਜਿਹਦੇ ਸ਼ਬਦ ਵਿੱਚ ਜੁੜੇ। ਤੋ ਇਹਦਾ ਪੌੜੀ ਦੇ ਵਿੱਚ ਏਦਾਂ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਜੋਗੀਆਂ ਦੇ ਸਵਾਲਾਂ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦੇ, ਅਹਿਮੀਅਤ ਨਹੀਂ ਦਿੰਦੇ, ਕਿਉਂਕਿ ਜੋ ਅਕਾਲ ਪੁਰਖ ਗਮ ਗੋਚਰ ਹੈ, ਜਿਸ ਦਾ ਕੋਈ ਆਦ ਦੱਸ ਨਹੀਂ ਸਕਦਾ, ਜਿਸ ਨੂੰ ਕਾਲ ਦੇਸ਼ਾਂ ਦੀਆਂ ਹੱਦਾਂ ਤੋਂ ਪਰੇ ਰੱਖਿਆ, ਇਹਨਾਂ 'ਚ ਆਉਂਦਾ ਹੀ ਨਹੀਂ। ਚੱਕਰ ਚਿਹਨਰ ਬਰਨ ਜਾਤ ਪਾਤ ਨਹਿ ਜੇ, ਰੂਪ ਰੰਗਾ ਰੇਖ ਭੇਖ ਕਹਿ ਨ ਸਕਦ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਨ ਗਣੀਜੈ। ਤਾਂ ਗੁਰੂ ਉਹਦੀ ਗੱਲ ਕਿਵੇਂ ਹੋ ਸਕਦੀ ਹੈ? ਗੁਰੂ ਸਾਹਿਬ ਜੀ ਕਹਿੰਦੇ ਦੇਖੋ ਇਹਨਾਂ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ ਗੁਰੂ ਮਹਾਰਾਜ ਨੇ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਇਹਦਾ ਕਾਰਨ ਇਹ ਹੈ ਵੀ ਗੁਰੂ ਸਾਹਿਬ ਉਹਨਾਂ ਦੇ ਕਮਜ਼ੋਰੀਆਂ ਨੂੰ ਜਾਣਨਾ ਚਾਹੁੰਦੇ ਨੇ, ਇਹਨਾਂ ਦੇ ਅੰਦਰ ਕੀ ਹੈ, ਉਸ ਅੰਦਰਲੀ ਭਾਵਨਾ ਨੂੰ ਦੇਖਣਾ ਚਾਹੁੰਦੇ ਆ। ਉਹਨਾਂ ਨੇ ਇੱਕ ਛੋਟਾ ਜਿਹਾ ਜਵਾਬ ਜਿਹੜਾ ਦਿੱਤਾ, ਤੇ ਉਹ ਪੌੜੀ ਦੇ ਵਿੱਚ ਜਿਹੜਾ ਸਾਰ ਜਿਹਾ ਬਣਦਾ ਹੈ, ਜੋ ਸਮਝ ਆਉਂਦਾ ਹੈ ਵੀ ਗੁਰੂ ਸਾਹਿਬ ਜੀ ਦੱਸ ਕਹਿੰਦੇ ਵੀ ਉਹਦਾ ਅਸਲ 'ਚ ਉਹਦਾ ਅੰਤ ਤਾਂ ਪਾਇਆ ਹੀ ਨਹੀਂ ਜਾ ਸਕਦਾ। ਉਹਦੀ ਗਤੀ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ, ਉਹਦੇ ਹਾਲਾਤ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਨੇ 23ਵੀਂ ਪੌੜੀ 'ਚ ਉਹਦਾ ਜਵਾਬ ਵਿਸਾਰ ਨਾਲ ਦਿੱਤੇ। ਦੋ ਬੜੇ ਜਿਹੇ ਸਵਾਲ ਸੁਣੇ। ਅਸਲ ਤਾਂ ਸੰਕੇਤ ਇਹੋ ਹੀ ਹੈ ਵੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਆ। ਛੋਟਾ ਜਿਹਾ ਸੰਖੇਪ ਜਿਹਾ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਗੱਲ ਸਮਝਾਈ ਹੈ। ਤੇ ਗੱਲ ਇਹ ਹੈ ਸਾਰੀ ਵੀ ਅਸੀਂ ਜਿਹੜੀ ਕਹਾਣੀ ਗੁਰੂ ਜੋਗੀਆਂ ਨੇ ਕੀਤੀ, ਉਹ ਕਹਾਣੀ ਦੇ ਵਿੱਚ ਕੋਈ ਸਵਾਲ ਦੇ ਵਿੱਚ ਕੋਈ ਹੈ ਨਹੀਂ ਸੀ, ਦਮ ਤਾਂ ਹੈ, ਲੇਕਿਨ ਗੁਰੂ ਸਾਹਿਬ ਉਹਨਾਂ ਦੇ ਸਵਾਲ ਨੂੰ ਹਜੇ ਹੋਰ ਲੰਬਾ ਕਰਨਾ ਚਾਹੁੰਦੇ ਨੇ, ਹੋਰ ਅੱਗੇ ਲਿਜਾਣਾ ਚਾਹੁੰਦੇ ਆ। ਬਾਕੀ ਜਿੰਨੀਆਂ ਵਿਚਾਰਾਂ ਨੇ ਅਸਲ ਵਿੱਚ ਵੀ ਪ੍ਰਮਾਤਮਾ ਆਇਆ ਜੀ, ਪ੍ਰਮਾਤਮਾ ਉਹ ਹੈ, ਪ੍ਰਮਾਤਮਾ ਇਸ ਤਰ੍ਹਾਂ ਦਾ ਹੈ, ਪਰਮੇਸ਼ਰ ਏਦਾਂ ਦਾ ਹੈ, ਉਹ ਸਾਰੀਆਂ ਵੀ ਮਨੋਕਲਪਤ ਦੀਆਂ ਗੱਲਾਂ ਨੇ। ਅਗਲੀ ਪੌੜੀ 'ਚ ਉਹਦੀ ਗੱਲ ਜਿਹੜੀ ਹੈ ਉਹ ਵੀ ਆ ਜਾਏਗੀ। ਤੇ ਗੁਰੂ ਪਾਤਸ਼ਾਹ ਜੀ ਸਾਨੂੰ ਦੱਸ ਰਿਹਾ ਹੈ ਵੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ, ਗੁਰੂ ਸੰਗਤ ਵਿੱਚ ਜੁੜ ਕੇ ਆਪਣੇ ਨਿੱਜ ਸਰੂਪ ਦੀ ਪਛਾਣ ਕਰ ਲੈਂਦਾ, ਆਪਣੇ ਆਪ ਦੀ ਪਛਾਣ ਕਰ ਲੈਂਦਾ, ਜਿਹੜਾ ਆਪਣੇ ਆਪ ਨੂੰ ਖੋਜ ਲੈਂਦਾ ਹੈ, ਉਹੀ ਅਸਲ ਵਿੱਚ ਗਿਆਨ ਦੀ ਅਸਲੀ ਮੁਦਰਾ ਹੈ, ਅਸਲੀ ਨਿਸ਼ਾਨੀ ਹੈ। ਗਿਆਨ ਦਾ ਅਸਲੀ ਮੁਦਰਾ ਪਾਉਣੀਆਂ ਉਹ ਹਨ ਆਪਣੇ ਆਪ ਦੀ ਪਛਾਣ ਕਰਨੀ। ਗੁਰੂ ਦੇ ਸ਼ਬਦ ਦੁਆਰਾ ਜਦੋਂ ਆਤਮ ਅੰਦਰ ਆਤਮ ਵੱਲ ਨੂੰ ਮੂੰਹ ਹੋ ਜਾਂਦਾ ਹੈਗਾ, ਆਪਣੇ ਆਤਮਾ ਦੇ ਪ੍ਰਮਾਤਮਾ ਦੇ ਸੰਬੰਧ ਨੂੰ ਸਮਝਦਾ ਹੈ, ਤਾਂ ਫਿਰ ਇਹਦੇ ਅੰਦਰੋਂ ਕਾਲ ਦਾ ਡਰ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਜਦੋਂ ਨੇੜਤਾ ਬਣਦੀ ਪਰਮੇਸ਼ਰ ਨਾਲ, ਫਿਰ ਉਹਦਾ ਹੁਕਮ ਪਤਾ ਹੀ ਹੈ, ਮੌਤ ਆਣੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਉਹ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਉਹ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਫਿਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਚਿੰਤਾ ਤਾਂ ਉਹਦੀ ਕਰੀਏ ਜੇ ਸਾਡੇ ਨਾਲ ਕੋਈ ਅਨਹੋਣੀ ਹੋਵੇ। ਕਈ ਵਾਰ ਅਸੀਂ ਕਹਿ ਦਿੰਦੇ ਜੀ ਬੜੀ ਅਨਹੋਣੀ ਹੋਈ ਜੀ, ਬੜਾ ਏਦਾਂ ਹੋਇਆ ਜੀ, ਇਸ ਤਰ੍ਹਾਂ ਹੋਇਆ ਜੀ, ਪਰ ਨਹੀਂ, ਅਨਹੋਣੀ ਵਾਲੀ ਕੋਈ ਬਾਤ ਨਹੀਂ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਗੁਰੂ ਦੇ ਸ਼ਬਦ ਨਾਲ ਜਦੋਂ ਮਨੁੱਖ ਨੂੰ ਆਪਣੇ ਆਪ ਦੀ ਸਮਝ ਆਉਂਦੀ ਹੈ, ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ। ਗੁਰੂ ਦੇ ਉਪਦੇਸ਼ ਦੁਆਰਾ ਜੀਵਨ ਜਿਵੇਂ ਜਿਵੇਂ ਨਿਰਭਉ ਹੋ ਕੇ ਮਨੁੱਖ ਸੱਤ ਤੇ ਸੰਤੋਖ ਦੇ ਆਸਣ ਦੇ ਨੇੜੇ ਪਹੁੰਚਦਾ ਜਾਂਦਾ ਹੈ, ਤਿਵੇਂ ਤਿਵੇਂ ਉਹਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵੈਰੀ ਜਿਹੜੇ ਨੇ ਉਹ ਸਾਰੇ ਨੱਠ ਜਾਂਦੇ ਨੇ। ਮਾਇਆ ਦੇ ਤ੍ਰੈ ਗੁਣ ਜਿਹੜੇ ਹਨ ਉਹਦੇ ਕਾਬੂ 'ਚ ਆ ਜਾਂਦੇ ਆ। ਸਾਰੀ ਵਿਚਾਰ ਗੁਰੂ ਪਾਤਸ਼ਾਹ ਜੀ ਦਾ ਤਤਸਾਰ ਇਹਦੇ ਵਿੱਚ ਹੈ, ਜੋ ਇਹ ਪੌੜੀ ਆਪਾਂ ਅੱਜ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਨੂੰ ਬੇਨਤੀ ਹੈ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।